ਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਪਵਿੱਤਰ ਬਾਣੀ ਦੀ ਸ਼ਬਦ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਾਵਰ ਛਾਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਰੇ ਕਿਉ ਛੁਟਹਿ ਬਿਨ ਪਿਆਰ, ਗੁਰਮੁਖ ਅੰਤਰ ਰਵ ਰਹਿਆ, ਬਖਸ਼ੇ ਭਗਤ ਭੰਡਾਰ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 60 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਨ ਕੀਤੀ। ਇਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਨ ਨੂੰ ਆਵਾਜ਼ ਦੇ ਕੇ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਹੇ ਮਨ, ਪਰਮੇਸ਼ਵਰ ਦੇ ਨਾਮ ਦੇ ਨਾਲ ਪ੍ਰੀਤ ਪਾਉਣ ਤੋਂ ਬਿਨਾਂ ਵਿਕਾਰਾਂ ਤੋਂ ਛੁਟਕਾਰਾ ਕਿਵੇਂ ਹੋਵੇਗਾ, ਬੰਧਨਾਂ ਤੋਂ ਬੰਦ ਖਲਾਸੀ ਕਿਵੇਂ ਹੋਵੇਗੀ, ਜਨਮ ਮਰਨ ਆਵਾਗਮਨ ਇਹ ਜਿਹੜੇ ਬੰਧਨ ਨੇ ਇਹ ਕਿਵੇਂ ਇਹਨਾਂ ਤੋਂ ਛੁਟਕਾਰਾ ਹੋਏਗਾ, ਪਰਮੇਸ਼ਵਰ ਦੇ ਨਾਮ ਦੇ ਨਾਲ ਪ੍ਰੀਤ ਪਾਉਣ ਤੋਂ ਬਿਨਾਂ। ਕਿਉਂਕਿ ਮਨ ਸੰਸਾਰ ਦੇ ਨਾਲ, ਸੰਸਾਰ ਦੇ ਪਦਾਰਥਾਂ ਦੇ ਨਾਲ ਮੋਹ ਪਾ ਕੇ ਬੈਠਾ ਹੋਇਆ ਹੈ, ਇਸ ਲਈ ਨਿਰੰਕਾਰ ਵਾਹਿਗੁਰੂ ਜੀ ਨਾਲ ਇਹਦੀ ਪ੍ਰੀਤ ਨਹੀਂ। ਪਰ ਜਗਤ ਨਾਲ ਜਿਹੜੀ ਇਹਨੇ ਪ੍ਰੀਤ ਪਾ ਲਈ ਹੈ ਇਹ ਸੱਚੀ ਨਹੀਂ ਹੈ, ਇਹ ਝੂਠੀ ਹੈ। ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਨਾਮ ਨਾਲ ਜਿਹੜੀ ਪ੍ਰੀਤ ਇਹ ਸੱਚੀ ਹੈ। ਦੁਨੀਆ ਦੇ ਵਿੱਚ ਅਸੀਂ ਸੰਸਾਰ ਨਾਲ, ਜਗਤ ਨਾਲ ਜਿਹੜਾ ਮੋਹ ਪਾ ਕੇ ਬੈਠੇ ਹਾਂ, ਭਾਵੇਂ ਉਹ ਜੀਆਂ ਦਾ ਸੰਬੰਧ ਦਾ ਮੋਹ ਹੋਵੇ ਤੇ ਭਾਵੇਂ ਪਦਾਰਥਾਂ ਦਾ। ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਇੱਕ ਗੱਲ ਕਲੀਅਰ ਕਰਕੇ ਸਮਝਾ ਦਿੱਤੀ ਕਿ ਜਿਨ੍ਹਾਂ ਨਾਲ ਤੂੰ ਪ੍ਰੀਤ ਪਾ ਕੇ ਬੈਠਾ ਹੈ, ਜਿਨ੍ਹਾਂ ਨਾਲ ਤੂੰ ਮੋਹ ਪਾ ਕੇ ਬੈਠਾ ਹੈ, ਧਿਆਨ ਰੱਖੀ ਇਹ ਸੁੱਖ ਦੇ ਸਾਥੀ ਨੇ, ਦੁੱਖ ਦੇ ਨਹੀਂ। ਤੇਰੇ ਜੀਵਨ ਦੇ ਵਿੱਚ ਸੁੱਖ ਹੈ, ਚਾਰ ਦਮੜੇ ਤੇਰੇ ਕੋਲ ਨੇ, ਤਾਂ ਜਿਹੜਾ ਨਹੀਂ ਵੀ ਬੁਲਾਉਣਾ ਚਾਹੁੰਦਾ ਉਹ ਵੀ ਤੈਨੂੰ ਬੁਲਾ ਕੇ ਲੰਘੇਗਾ। ਜਿਹੜਾ ਤੈਨੂੰ ਨਹੀਂ ਜਾਣਦਾ ਉਹ ਵੀ ਤੇਰੇ ਕੋਲ ਆ ਕੇ ਤੈਨੂੰ ਮਿਲ ਕੇ ਜਾਏਗਾ। ਪਰ ਜਦੋਂ ਹੀ ਤੇਰੇ ਜੀਵਨ ਵਿੱਚ ਕੋਈ ਵਿਪਤਾ ਦੀ, ਮੁਸ਼ਕਲ ਦੀ ਘੜੀ ਆ ਜਾਏਗੀ, ਚਾਰ
ਪੈਸੇ ਤੇਰੇ ਪੱਲੇ ਨਹੀਂ ਹੋਵਣਗੇ, ਉਸ ਵੇਲੇ ਜਿਹੜੇ ਆਪਣੇ ਨੇ ਉਹ ਵੀ ਤੈਨੂੰ ਬੁਲਾਉਣ ਤੋਂ ਹਟ ਜਾਣਗੇ। ਜਿਹੜੇ ਆਪਣੇ ਨੇ ਉਹ ਵੀ ਬੇਗਾਨੇ ਹੋ ਜਾਣਗੇ, ਉਹ ਕਹਿ ਦੇਣਗੇ ਅਸੀਂ ਇਹਨੂੰ ਨਹੀਂ ਜਾਣਦੇ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸੁੱਖ ਸੀ, 4 ਪੈਸੇ ਕੋਲ ਸੀ, ਉਦੋਂ ਨਹੀਂ ਸੀ ਜਾਣਦਾ ਕੋਈ, ਉਹ ਵੀ ਕਹਿੰਦਾ ਸੀ ਕਿ ਮੈਂ ਤੁਹਾਨੂੰ ਜਾਣਦਾ। ਤੇ ਜਦੋਂ ਸੁੱਖ ਨਹੀਂ ਰਿਹਾ ਕੋਲ, 4 ਪੈਸੇ ਕੋਲ ਨਹੀਂ ਰਹੇ, ਤੇ ਜਿਹੜੇ ਜਾਣਦੇ ਸੀ ਉਹ ਵੀ ਕਹਿਣ ਲੱਗ ਪਏ ਅਸੀਂ ਇਹਨੂੰ ਨਹੀਂ ਜਾਣਦੇ। ਇਹ ਹੈ ਜਗਤ ਦੀ ਪ੍ਰੀਤ। ਗੁਰਬਾਣੀ ਪੜ੍ਹ ਕੇ, ਸੁਣ ਕੇ, ਸਮਝ ਕੇ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਤਾਂ ਕਿ ਸਾਨੂੰ ਕਿਸੇ ਪ੍ਰਕਾਰ ਦਾ ਧੋਖਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੋਕਾ ਦੇ ਦੇ ਕੇ ਦੁਨੀਆ ਦੇ ਲੋਕਾਂ ਨੂੰ ਸਮਝਾਉਂਦੇ ਆ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ। ਸਭ ਆਪਣੇ ਆਪਣੇ ਸੁਖ ਕਰਕੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ। ਇੱਕ ਦੂਸਰੇ ਨਾਲ ਜਿਹੜੀ ਅਟੈਚਮੈਂਟ ਹੈ ਇਹ ਕੇਵਲ ਸੁਖ ਕਰਕੇ ਹੈ। ਤੇ ਜਦੋਂ ਕਿਸੇ ਕੋਲੋਂ 4 ਪੈਸੇ ਨਾ ਮਿਲੇ, ਸੁੱਖ ਨਾ ਮਿਲਿਆ, ਤੇ ਫਿਰ ਉਹਦੇ ਨਾਲ ਸਾਂਝ ਟੁੱਟ ਜਾਏਗੀ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਵਿਪਤ ਭਰੀ ਸਭ ਹੀ ਸੰਗ ਛਾੜਤ, ਕਉ ਨ ਆਵਤ ਨੇਰੈ। ਜੇ ਤੇਰੀ ਜ਼ਿੰਦਗੀ 'ਚ ਕੋਈ ਐਸਾ ਸਮਾਂ ਬਣ ਆਇਆ ਤੇ ਜਿਹੜੇ ਘੇਰਾ ਪਾ ਕੇ ਹਰ ਵੇਲੇ ਤੇਰੇ ਕੋਲ ਬੈਠੇ ਰਹਿੰਦੇ ਸਨ, ਜਿਹੜੇ ਹਰ ਵੇਲੇ ਤੇਰੇ ਕੋਲ ਕਹਿੰਦੇ ਰਹਿੰਦੇ ਸਨ, ਤੇ ਜਦੋਂ ਕੋਈ ਮੁਸ਼ਕਲ ਦੀ ਘੜੀ ਆ ਗਈ ਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਜਿਹੜਾ ਉਹ ਖਲੋਤੇ ਨਜ਼ਰ ਨਹੀਂ ਆਉਣਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਜਗਤ ਦੀ ਪ੍ਰੀਤ ਝੂਠੀ ਹੈ। ਇਸ ਲਈ ਇਹਦੇ ਨਾਲ ਮੋਹ ਪਾਉਣ ਦੀ ਬਜਾਏ ਹੇ ਮਨ ਤੂੰ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਪਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਆਉਂਦਾ ਬਾਣੀ ਵਿੱਚ, ਮਹਾਰਾਜ ਕਹਿੰਦੇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ। ਬਿਨ ਹਰ ਪ੍ਰੀਤ, ਹਰ ਹਰੀ ਪਰਮੇਸ਼ਵਰ ਵਾਹਿਗੁਰੂ, ਇੱਕ ਵਾਹਿਗੁਰੂ ਜੀ ਤੋਂ ਬਿਨਾ ਹੋਰ ਸਾਰੀ ਹੀ ਜਿੰਨੀ ਪ੍ਰੀਤ ਹੈ ਇਹ ਝੂਠੀ ਹੈ। ਕੋਈ ਕਿਸੇ ਦੇ ਨਾਲ ਔੜਕ ਤੱਕ ਨਿਭਣ ਵਾਲਾ ਨਹੀਂ। ਸਭ ਆਪਣੀ ਆਪਣੀ ਵਾਰੀ ਇੱਕ ਦੂਜੇ ਦਾ ਸਾਥ ਛੱਡ ਕੇ ਚਲੇ ਜਾਣ ਵਾਲੇ ਨੇ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ। ਕਹਿੰਦੇ ਜਿੰਨੀਆਂ ਵੀ ਸੰਸਾਰ ਵਿੱਚ ਤੂੰ ਪ੍ਰੀਤ ਕਰਕੇ ਮੋਹ ਦੀਆਂ ਤੰਦਾਂ ਜੋੜੀ ਬੈਠਾ ਇਹ ਝੂਠ ਹੈ। ਇਹਨੂੰ ਟੁੱਟਦਿਆਂ ਸਮਾਂ ਨਹੀਂ ਲੱਗੇਗਾ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਮਨ ਰੇ, ਕਿਉਂਕਿ ਸਮਝਾਉਣਾ ਤੇ ਮਨ ਨੂੰ ਹੈ। ਮਨ ਦੇ ਤਲ ਤੇ ਹੀ ਆਪਾਂ ਗੱਲ ਨੂੰ ਸਮਝਣਾ ਹੈ। ਤੇ ਜਿਹਨੇ ਸੱਚੀ ਪ੍ਰੀਤ ਪਾਈ ਹੈ ਉਹ ਭਗਤ ਜਨ, ਉਹ ਸਾਨੂੰ ਵੀ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਅਸੀਂ ਪ੍ਰੀਤ ਪਾਈ ਤੁਸੀਂ ਵੀ ਇਵੇਂ ਪਾਓ। ਔਰ ਜਦੋਂ ਸੱਚੀ ਪ੍ਰੀਤ, ਧਿਆਨ ਰੱਖਿਓ, ਸੱਚੀ ਪ੍ਰੀਤ ਵਿੱਚ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਸੱਚੀ ਪ੍ਰੀਤ ਦੇ ਵਿੱਚ ਤੂੰ ਮੈਂ ਤੂੰ ਨਹੀਂ ਹੁੰਦਾ ਵੀ ਆ ਤੇਰਾ ਤੇ ਆ ਮੇਰਾ ਹੈ। ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ ਵੀ ਮੈਂ ਤੇਰੇ ਵਾਸਤੇ ਆ ਕੀਤਾ ਹੈ, ਤੂੰ ਮੇਰੇ ਵਾਸਤੇ ਕੀ ਕੀਤਾ ਹੈ। ਜਿੱਥੇ ਸੱਚੀ ਪ੍ਰੀਤ ਹੋਵੇ ਉੱਥੇ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ। ਤੇ ਜਿੱਥੇ ਸੱਚੀ ਪ੍ਰੀਤ ਨਹੀਂ ਹੈ ਉੱਥੇ ਗੱਲਾਂ ਹੁੰਦੀਆਂ ਨੇ ਵੀ ਮੈਂ ਤੇਰੇ ਵਾਸਤੇ ਆ ਕੀਤਾ ਹੈ, ਜਾਂ ਗਿਣਤੀਆਂ ਮਿਣਤੀਆਂ ਉੱਥੇ ਸ਼ੁਰੂ ਹੋ ਜਾਂਦੀਆਂ ਨੇ, ਇਹ ਮੇਰਾ ਹੈ, ਇਹ ਤੇਰਾ। ਜਿੱਥੇ ਮੇਰ ਤੇਰਾ ਉੱਥੇ ਸੱਚੀ ਪ੍ਰੀਤ ਨਹੀਂ।
ਸੱਚੀ ਪ੍ਰੀਤ ਦੀ ਅਵਸਥਾ ਭਗਤ ਰਵਿਦਾਸ ਜੀ ਨੇ ਬਿਆਨ ਕੀਤੀ ਹੈ। ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈਂ ਚਕੋਰਾ। माधवे तुम न तोरो तो हम नहीं तोरें, तुम स्यों तोर कवन स्यों जोरें। जो तुम दीवरा तौ हम बाती, जो तुम तीरथ तौ हम जाती। साची प्रीत हम तुम स्यों जोरी, तुम स्यों जोर अवर संग तोरी। भगत रविदास जी दसदे आ भी किवें उस मालिक नाल प्रीत पै गई कि जे ਉਹ ਪਹਾੜ ਬਣ ਜਾਏ ਤੇ ਮੈਂ ਮੋਰ ਬਣ ਜਾ। ਕਹਿਣ ਲੱਗੇ ਜੇ ਉਹ ਚੰਦ ਬਣ ਜਾਏ ਤੇ ਮੈਂ ਚਕੋਰ ਬਣ ਜਾ। ਜੇ ਉਹ ਦੀਵਾ ਬਣ ਜਾਏ ਤੇ ਮੈਂ ਉਸ ਦੀਵੇ ਦੀ ਬੱਤੀ ਬਣ ਜਾ। ਜੇ ਉਹ ਤੀਰਥ ਬਣ ਜਾਏ ਤੇ ਮੈਂ ਉਸ ਤੀਰਥ ਦਾ ਯਾਤਰੀ ਬਣ ਜਾ। ਇਹ ਕਿਉਂ? ਕਿਉਂਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੇ ਜਿਹਨੇ ਜੋੜੀ ਸੀ ਉਹ ਬੈਠੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਅਸੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਕੇ ਬਾਣੀ ਦਾ ਅਭਿਆਸ ਕਰਕੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਸੱਚੀ ਪ੍ਰੀਤ ਪਾਉਣੀ ਹੈ। ਫਿਰ ਉੱਥੇ ਦੁੱਖ ਨਹੀਂ ਮਹਿਸੂਸ ਹੋਏਗਾ, ਉੱਥੇ ਉਲਾਂਭੇ ਨਹੀਂ, ਕਿਉਂਕਿ ਸੱਚੀ ਪ੍ਰੀਤ ਵਿੱਚ ਰੋਸ ਨਹੀਂ ਹੁੰਦਾ, ਉਲਾਂਭੇ ਨਹੀਂ ਹੁੰਦੇ। ਉੱਥੇ ਸਾਰੇ ਹੀ ਝਗੜੇ ਮੁੱਕ ਜਾਂਦੇ ਨੇ। ਸਾਡੀ ਪ੍ਰੀਤ ਕੈਸੀ ਹੈ ਕਿ ਬਚਪਨ ਦੇ ਵਿੱਚ ਦੋ ਸਕੇ ਭਰਾ ਇੱਕੋ ਹੀ ਮਾਤਾ ਦੇ ਉਦਰ ਵਿੱਚੋਂ ਜਨਮ ਲੈਣ ਵਾਲੇ, ਜਦੋਂ ਬਚਪਨ ਸੀ, ਮੋਹ ਮਾਇਆ ਦਾ ਲੇਪ ਨਹੀਂ ਸੀ ਲੱਗਾ ਹੋਇਆ, ਉਦੋਂ ਇੱਕ ਦੂਜੇ ਉੱਤੋਂ ਜਾਨ ਵਾਰਨ ਨੂੰ ਫਿਰਦੇ ਸੀ। ਜੇ ਕਿਸੇ ਤੀਸਰੇ ਨੇ ਕੁਝ ਕਹਿ ਦੇਣਾ ਤੇ ਉਹਦੇ ਨਾਲ ਲੜ ਪੈਣਾ ਵੀ ਤੂੰ ਮੇਰੇ ਭਰਾ ਨੂੰ ਕਿਉਂ ਕੁਝ ਆਖਿਆ, ਕਿਉਂਕਿ ਮੋਹ ਮਾਇਆ ਦਾ ਲੇਪ ਨਹੀਂ ਸੀ ਨਾ, ਬਚਪਨਾ ਸੀ। ਤੇ ਭਰਾ ਤੋਂ ਬਿਨਾਂ ਰੋਣ ਲੱਗ ਜਾਣਾ। ਪਰ ਅੱਜ ਜਦੋਂ ਜਵਾਨ ਹੋਏ ਆ, ਜਦੋਂ ਮੋਹ ਮਾਇਆ ਦਾ ਲੇਪ ਲੱਗਾ, ਜਿਹੜਾ ਬਚਪਨ ਵਿੱਚ ਆਪਣੇ ਭਰਾ ਤੋਂ ਜਾਨ ਵਾਰਦਾ ਸੀ, ਅੱਜ ਮੋਹ ਮਾਇਆ ਦਾ ਲੇਪ ਲੱਗਾ, ਅੱਜ ਉਸੇ ਭਰਾ ਦੀ ਜਾਨ ਲੈਣ ਨੂੰ ਫਿਰਦਾ। ਉਸੇ ਹੀ ਭਰਾ ਦੇ ਉੱਤੇ ਕੇਸ ਕਰਨ ਨੂੰ ਫਿਰਦਾ ਵੀ ਮੈਂ ਤੈਨੂੰ ਕੋਰਟ ਕਚਹਿਰੀਆਂ ਤੱਕ ਲੈ ਕੇ ਜਾਵਾਂਗਾ। ਇਹ ਪ੍ਰੀਤ ਹੈ। ਹੁਣ ਉਹ ਜਿਹੜੀ ਬਚਪਨ ਵਾਲੀ ਪ੍ਰੀਤ ਸੀ ਉਹ ਜੋਬਨ ਵਿੱਚ ਆ ਕੇ ਕਿਉਂ ਬਦਲ ਗਈ? ਕਿਉਂਕਿ ਇਹ ਜਗਤ ਵਿੱਚ ਮੋਹ ਮਾਇਆ ਦਾ ਲੇਪ ਲੱਗ ਗਿਆ। ਇੱਥੇ ਆਪਣੇ ਵੀ ਬੇਗਾਨੇ ਹੋ ਗਏ, ਆਪਣੇ ਵੀ ਪਰਾਏ ਹੋ ਗਏ, ਔਰ ਪਰਾਇਆ ਹੁੰਦਿਆਂ ਪਲ ਨਹੀਂ ਲੱਗਾ। ਬਹੁਤ ਨੇ ਸੰਸਾਰ ਵਿੱਚ ਐਸੇ ਜੀਵ ਜਿਹੜੇ ਕਹਿੰਦੇ ਸਾਡੇ ਕੋਲ ਜਦੋਂ ਕੁਛ ਨਹੀਂ ਸੀ ਤੇ ਕੋਈ ਸਾਡੇ ਵੱਲ ਮੂੰਹ ਵੀ ਨਹੀਂ ਸੀ ਕਰਦਾ, ਅੱਜ ਸਾਡੇ ਕੋਲ ਚਾਰ ਦਮੜੇ ਆ, ਤੇ ਜਿਹੜੇ ਨਹੀਂ ਸੀ ਸਾਡੇ ਵੱਲ ਮੂੰਹ ਕਰਦੇ, ਅੱਜ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਬੁਲਾਉਂਦੇ ਕਿਉਂ ਨਹੀਂ। ਇਹ ਖੇਡ ਹੈ ਮਾਇਆਵੀ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਇਸ ਮੋਹ ਮਾਇਆ ਵਿੱਚੋਂ ਨਿਕਲ, ਪਿਆਰੇ ਦੇ ਪਿਆਰ ਦੇ ਰੰਗ ਵਿੱਚ ਰੰਗ ਜਾ। ਤੇ ਜੇ ਨਹੀਂ ਫਿਰ ਇਹ ਮੋਹ ਮਾਇਆ ਤੋਂ ਛੁਟਕਾਰਾ ਨਹੀਂ ਜੇ ਹੋਣਾ ਤੇਰਾ। ਮਨ ਰੇ ਕਿਉਂ ਛੂਟੈ ਬਿਨ ਪਿਆਰ। ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਪਾਉਣ ਤੋਂ ਬਿਨਾਂ, ਪਰਮੇਸ਼ਵਰ ਦੇ ਸੱਚੇ ਨਾਮ ਨਾਲ ਪਿਆਰ ਪਾਉਣ ਤੋਂ ਬਿਨਾਂ ਕਿਉਂ ਛੂਟੈ? ਕਿਵੇਂ ਛੁੱਟੇਗਾ ਤੂੰ? ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ, ਇਹਨਾਂ ਸਾਰੇ ਵਿਕਾਰਾਂ ਤੋਂ ਕਿਵੇਂ ਤੂੰ ਛੁਟਕਾਰਾ ਪਾਵੇਂਗਾ? ਨਹੀਂ ਹੋ ਸਕਦਾ। ਗੁਰਮੁਖ ਅੰਤਰ ਰਵ ਰਹਿਆ, ਬਖਸ਼ੇ ਭਗਤ ਭੰਡਾਰ। ਜਿਹੜੇ ਗੁਰੂ ਸਾਹਿਬ ਦੇ ਸਨਮੁਖ ਹੋ ਗਏ, ਗੁਰੂ ਸਾਹਿਬ ਦੇ ਸਨਮੁਖ ਹੋਣ ਵਾਲਿਆਂ ਦੇ ਅੰਦਰ ਪਰਮੇਸ਼ਵਰ ਹਰ ਵੇਲੇ ਵਰਤਦਾ ਹੈ। ਕਿਉਂ? ਕਿਉਂਕਿ ਗੁਰਮੁਖ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਨਾਲ ਸੱਚੀ ਪ੍ਰੀਤ ਪਾ ਲਈ। ਤੇ ਪ੍ਰੀਤ ਜਿਹੜੀ ਸੱਚੀ ਪ੍ਰੀਤ ਹੈ ਉਹਦੀ ਅਵਸਥਾ ਪਤਾ ਕੀ ਹੈ?
ਉਹਦੀ ਅਵਸਥਾ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਵੀ ਵਾਹਿਗੁਰੂ ਜੀ, ਮੈਂ ਸਿਰ ਤੇ ਆਰਾ ਚਲਵਾ ਕੇ ਉਹ ਦਰਦ, ਉਹ ਪੀੜਾ ਸਹਾਰ ਸਕਦਾ। ਜੇ ਤੁਹਾਡੇ ਨਾਲ ਪ੍ਰੀਤ ਹੈ ਨਾ, ਤੇ ਮੈਂ ਆਪਣੇ ਤੇ ਆਰਾ ਚਲਵਾ ਕੇ ਉਹ ਜਿਹੜੀ ਦਰਦ ਹੋਏਗੀ, ਪੀੜਾ ਹੋਏਗੀ, ਉਹ ਮੈਂ ਬਰਦਾਸ਼ਤ ਕਰ ਸਕਦਾ। ਪਰ ਜਿਹੜਾ ਤੁਹਾਡੇ ਪਾਸੋਂ ਦੀ ਮੁਖ ਫੇਰ ਲੈਣਾ, ਇਹ ਮੇਰੇ ਕੋਲੋਂ ਪੀੜਾ ਸਹਾਰ ਨਹੀਂ ਹੋਣੀ, ਇਹ ਮੇਰੇ ਕੋਲੋਂ ਦਰਦ ਸਹਾਰ ਨਹੀਂ ਹੋਏਗਾ। ਇਹ ਹੈ ਪ੍ਰੀਤ ਅਸਲ ਵਿੱਚ। ਇਸ ਲਈ ਗੁਰਮੁਖ ਅੰਤਰ ਰਵ ਰਹਿਆ, ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਪਿਆਰ ਵਾਲੀਆਂ ਰੂਹਾਂ ਨੇ, ਉਹਨਾਂ ਦੇ ਅੰਦਰ ਹਮੇਸ਼ਾ ਪਰਮੇਸ਼ਵਰ ਵਰਤਦਾ ਹੈ। ਕਿਉਂ? ਬਖਸ਼ੇ ਭਗਤੀ ਭੰਡਾਰ, ਕਿਉਂਕਿ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਭਗਤੀ ਦਾ ਖਜ਼ਾਨਾ ਦਿੱਤਾ ਹੁੰਦਾ ਹੈ। ਤੇ ਭਗਤੀ ਦਾ ਖਜ਼ਾਨਾ ਵੀ ਉਹਨਾਂ ਨੂੰ ਮਿਲਣਾ ਜਿਨ੍ਹਾਂ ਅੰਦਰ ਸੱਚੀ ਪ੍ਰੀਤ ਦੀ ਭਾਵਨਾ ਹੈ। ਈਰਖਾ ਵਾਲਿਆਂ ਨੂੰ, ਨਫ਼ਰਤ ਵਾਲਿਆਂ ਨੂੰ, ਮਨ ਵਿੱਚ ਖੋਟ ਰੱਖਣ ਵਾਲਿਆਂ ਨੂੰ ਭਗਤੀ ਦਾ ਖਜ਼ਾਨਾ ਨਹੀਂ ਜੀ ਮਿਲਦਾ। ਜਿਹੜੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਗਏ, ਉਹਨਾਂ ਨੂੰ ਗੁਰੂ ਸਾਹਿਬ ਨੇ ਬਖਸ਼ੇ ਭਗਤ ਭੰਡਾਰ, ਭਗਤੀ ਦਾ ਖਜ਼ਾਨਾ ਉਹਨਾਂ ਨੂੰ ਦਿੱਤਾ ਹੈ। ਤੇ ਜਿਨ੍ਹਾਂ ਦੇ ਅੰਦਰ ਭਗਤੀ ਦਾ ਖਜ਼ਾਨਾ ਹੈ, ਉਹਨਾਂ ਅੰਦਰ ਪਰਮੇਸ਼ਵਰ ਹਰ ਵੇਲੇ ਵਰਤਦਾ ਹੈ। ਇਸ ਲਈ ਮਨ, ਤੂੰ ਕਿਵੇਂ ਛੁਟਕਾਰਾ ਪਾਏਂਗਾ ਪਿਆਰੇ ਦੇ ਪਿਆਰ ਤੋਂ ਬਿਨਾਂ? ਇਸ ਲਈ ਤੂੰ ਉਹਦੇ ਨਾਲ ਸੱਚੀ ਪ੍ਰੀਤ ਕਰ। ਜਦੋਂ ਹੁਣ ਇਹ ਰਹਾਉਬ ਦੀ ਪੰਕਤੀ ਵਿੱਚ ਕੇਂਦਰੀ ਭਾਵ ਵਿੱਚ ਮਨ ਨੂੰ ਸਮਝਾਇਆ, ਮਨ ਨੇ ਅੱਗੋਂ ਫਿਰ ਆਖਿਆ ਵੀ ਮੈਨੂੰ ਦੱਸੋ ਮੈਂ ਕਿਵੇਂ ਪ੍ਰੀਤ ਕਰਾਂ, ਕੋਈ ਉਦਾਹਰਣ ਦਿਓ, ਕੋਈ ਦ੍ਰਿਸ਼ਟਾਂਤ ਦਿਓ, ਕੋਈ ਐਗਜ਼ਾਮਪਲ ਦੇ ਕੇ ਸਮਝਾਓ ਵੀ ਕਿਵੇਂ ਪ੍ਰੀਤ ਕਰਾਂ ਮੈਂ ਉਹਦੇ ਨਾਲ। ਫਿਰ ਗੁਰੂ ਸਾਹਿਬ ਮਹਾਰਾਜ ਜੀ ਨੇ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਕਿਸ ਤਰ੍ਹਾਂ ਤੂੰ ਪ੍ਰੀਤ ਕਰਨੀ ਹੈ ਵਾਹਿਗੁਰੂ ਜੀ ਦੇ ਨਾਮ। ਸਾਡੀ ਬਾਣੀ ਨਾਲ ਪ੍ਰੀਤ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਸ਼ਬਦ ਰਾਹੀਂ ਸਮਝਾਉਂਦੇ ਹਨ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ, ਪੀ ਵਿਗਸੈ ਅਸਨੇਹ ਜਲ ਮਹਿ ਜੀ ਉਪਾਏ ਕੈ, ਬਿਨ ਜਲ ਮਰਨ ਤਿਨਹਿ। ਸ਼ਬਦ ਦੇ ਪਹਿਲੇ ਪਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਮਲ ਦੇ ਫੁੱਲ ਔਰ ਜਲ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਇਦਾਂ ਦੀ ਪ੍ਰੀਤ ਕਰ ਜਿਵੇਂ ਕਮਲ ਦੀ ਤੇ ਪਾਣੀ ਦੀ ਪ੍ਰੀਤ ਹੈ। ਪਾਣੀ ਦੇ ਵਿੱਚ ਜਿਹੜਾ ਕਮਲ ਖਿੜਦਾ ਹੈ, ਕਹਿੰਦੇ ਜਿਵੇਂ ਉਹਦੀ ਪ੍ਰੀਤ ਹੈ ਨਾ, ਤੂੰ ਇਸ ਤਰ੍ਹਾਂ ਉਹਦੇ ਨਾਲ ਪ੍ਰੀਤ ਕਰ ਵਾਹਿਗੁਰੂ ਜੀ ਦੇ ਚਰਨਾਂ ਨਾਲ। ਜੈਸੀ ਜਲ ਕਮਲੇਹ, ਕਮਲੇਹ ਦਾ ਅਰਥ ਹੈ ਕਮਲ ਦੇ ਵਿੱਚ ਜਿਹੜੀ ਪਾਣੀ ਪ੍ਰਤੀ ਪ੍ਰੀਤ ਹੈ। ਲਹਿਰੀ ਨਾਲ ਪਛਾੜੀਐ, ਭੀ ਵਿਗਸੈ ਅਸਨੇਹ, ਅਸਨੇ ਅਥਾਹ ਪਿਆਰ। ਕਮਲ ਦਾ ਪਾਣੀ ਨਾਲ ਅਥਾਹ ਪਿਆਰ ਹੈ। ਤੇ ਜਦੋਂ ਉਹ ਪਾਣੀ ਵਿੱਚ ਉਛਾਲ ਆਉਂਦਾ ਨਾ, ਉਛਾਲ, ਉਹਦੇ ਵਿੱਚ ਲਹਿਰਾਂ ਜਿਹੜੀਆਂ ਨੇ ਉਹ ਉੱਠਦੀਆਂ ਨੇ, ਤੇ ਜਦੋਂ ਉਹ ਪਾਣੀ ਉਛਲਦਾ ਹੈ ਤੇ ਜ਼ੋਰ ਨਾਲ ਕਮਲ ਨੂੰ ਧੱਕਾ ਦਿੰਦਾ ਹੈ। ਕਮਲ ਦਾ ਫੁੱਲ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਪਾਣੀ ਦੇ ਵਿੱਚ ਉਛਾਲ ਆਉਂਦਾ ਹੈ ਤੇ ਜ਼ੋਰ ਦਾ ਉਹ ਜਿਹੜੇ ਫੁੱਲ ਨੇ ਉਹਨਾਂ ਤੇ ਧੱਕੇ ਵੱਜਦੇ ਆ। ਉਹ ਫਿਰ ਜਿਵੇਂ ਪਿਛਾਂ ਨੂੰ ਮੁੜਦੇ ਆ ਵੀ ਤੂੰ ਇੱਥੋਂ ਪਰੇ ਹੋ ਜਾ, ਤੇ ਜਿਵੇਂ ਹੀ ਧੱਕਾ ਵੱਜਦਾ ਉਹ ਪਰੇ ਹੋ ਕੇ ਫਿਰ ਵਾਪਸ ਮੁੜ ਕੇ ਆ ਜਾਂਦਾ ਹੈ, ਫਿਰ ਵਾਪਸ ਮੁੜ ਕੇ ਆ ਜਾਂਦਾ ਹੈ। ਐਸੀ ਪ੍ਰੀਤ ਹੋਵੇ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਜੇ ਗੁਰਬਾਣੀ ਵਿੱਚ ਝਿੜਕਾਂ ਪੈਂਦੀਆਂ ਨੇ ਤੇ ਸਾਨੂੰ ਇਸ ਤਰ੍ਹਾਂ ਜਿਵੇਂ ਕਮਲ ਕਹਿੰਦੇ ਨੇ ਉਹਨੂੰ ਲਹਿਰੀ ਨਾਲ ਪਛਾੜੀਐ, ਲਹਿਰਾਂ ਦੇ ਨਾਲ ਉਹਨੂੰ ਪਿਛਾਂ ਨੂੰ ਕਰਦਾ ਹੈ। ਭੀ ਵਿਗਸੈ ਅਸਨੇ, ਕਹਿੰਦੇ ਉਹ ਫਿਰ ਖਿੜ ਕੇ ਪਿੱਛੇ ਨੂੰ ਆ ਜਾਂਦਾ ਹੈ ਵੀ ਮੈਂ ਪਾਣੀ ਦਾ ਆਸਰਾ ਨਹੀਂ ਛੱਡਣਾ,
ਕਿਉਂਕਿ ਇਹਦੇ ਕਰਕੇ ਤੇ ਮੈਂ ਖਿੜਿਆ ਹੋਇਆ। ਤੇ ਜੇ ਇਹ ਨਾ ਹੋਵੇਗਾ ਤੇ ਮੈਂ ਤੇ ਮੁਰਝਾ ਜਾਵਾਂਗਾ। ਜੇ ਮੇਰੀਆਂ ਜੜ੍ਹਾਂ ਹੀ ਇਹਦੇ ਵਿੱਚੋਂ ਨਿਕਲ ਗਈਆਂ ਤੇ ਮੈਂ ਤੇ ਮੁਰਝਾ ਜਾਵਾਂਗਾ, ਮੈਂ ਕਿਸੇ ਕੰਮ ਦਾ ਨਹੀਂ ਆ। ਇਸ ਲਈ ਸਭ ਕਹਿੰਦੇ ਤੂੰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ। ਤੇ ਸਾਡੀ ਪ੍ਰੀਤ ਕਿੰਨੀ ਕੁ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ। ਆਪਣੇ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਦਿਲੋਂ ਪਿਆਰ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਆ ਰਹੇ ਹਾਂ ਤਾਂ ਮੁਬਾਰਕ ਹੈ। ਭਾਵੇਂ ਸਰਦੀ ਹੋਵੇ, ਭਾਵੇਂ ਗਰਮੀ ਹੋਵੇ, ਭਾਵੇਂ ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਵੇ, ਝੱਖੜ ਝਾਂਗੀ ਮੀਂਹਾਂ ਵਰਸੈ ਭੀ ਗੁਰ ਦੇਖਣ ਜਾਈ ਆ ਹੈ ਸੱਚੀ ਪ੍ਰੀਤ। ਤੇ ਜੇ ਗਰਮੀ ਵੱਧ ਗਈ ਤਾਂ ਬੰਦਾ ਕਹਿੰਦਾ ਛੱਡੋ ਕੀ ਜਾਣਾ ਗੁਰਦੁਆਰੇ। ਸਰਦੀ ਵੱਧ ਗਈ ਤਾਂ ਬੰਦਾ ਕਹਿੰਦਾ ਛੱਡੋ ਕੀ ਜਾਣਾ ਗੁਰਦੁਆਰੇ। ਮੀਂਹ ਹਨੇਰੀ ਆਈ ਤੇ ਬੰਦਾ ਕਹਿੰਦਾ ਛੱਡੋ ਕੀ ਜਾਣਾ। ਤੇ ਜੇ ਮਾਇਆਵੀ ਪਦਾਰਥਾਂ ਵਾਸਤੇ ਜਾਣਾ ਹੋਵੇ ਫਿਰ ਨਹੀਂ ਕਹਿੰਦਾ ਛੱਡੋ। ਫਿਰ ਤੇ ਕਹਿੰਦਾ ਭਾਵੇਂ ਹਨੇਰੀਆਂ ਝੂਲਣ ਆਉਣ ਤੇ ਭਾਵੇਂ ਤੂਫਾਨ ਆ ਜਾਏ, ਮੈਂ ਜਾਣਾ ਹੀ ਜਾਣਾ, ਘਾਟਾ ਨਾ ਪੈ ਜਾਏ ਕਿਤੇ। ਮਾਇਆਵੀ ਪਦਾਰਥ ਜਿਹੜੇ ਮਿਲਣੇ ਆ ਉਹ ਕਿ ਅੱਜ ਦੀ ਬਜਾਏ ਕੱਲ ਨਹੀਂ, ਅੱਜ ਹੀ ਮੈਂ ਲੈਣੇ ਆ, ਭਾਵੇਂ ਤੂਫਾਨ ਆਉਂਦਾ ਹੋਵੇ। ਪਰ ਗੁਰੂ ਸਾਹਿਬ ਦੇ ਦਰ ਤੇ ਪ੍ਰੀਤ ਸੱਚੀ ਉਹਨਾਂ ਦੀ ਵੇਖਣ ਨੂੰ ਮਿਲਦੀ ਆ ਜਿਹੜੇ ਕਹਿੰਦੇ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਗੁਰੂ ਦੇ ਚਰਨਾਂ ਦਾ ਆਸਰਾ ਨਹੀਂ ਛੱਡਣਾ। ਇਹ ਜਿੰਨੇ ਮਰਜ਼ੀ ਹਨੇਰੀਆਂ ਜਿਹੜੀਆਂ ਨੇ ਝੂਲਣ, ਜਿੰਨੇ ਮਰਜ਼ੀ ਤੂਫਾਨ ਆ, ਜਿੰਨੇ ਮਰਜ਼ੀ ਵਿਕਾਰਾਂ, ਜਿੰਨੇ ਮਰਜ਼ੀ ਦੁੱਖਾਂ ਦੇ ਹਨ ਜਿਹੜੀਆਂ ਲਹਿਰਾਂ ਉੱਠਣ, ਜਿਵੇਂ ਕਮਲ ਨੂੰ ਧੱਕਾ ਦਿੰਦੀਆਂ ਨੇ ਲਹਿਰਾਂ, ਇਸ ਤਰ੍ਹਾਂ ਦੁੱਖਾਂ ਦੀਆਂ ਲਹਿਰਾਂ ਜਿੰਨਾ ਮਰਜ਼ੀ ਧੱਕਾ ਦੇਣ ਪਰ ਅਸੀਂ ਵਾਹਿਗੁਰੂ ਦਾ ਦਰ ਨਹੀਂ ਛੱਡਣਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਆ ਹੈ ਸੱਚੀ ਪ੍ਰੀਤ। ਤੇ ਜੇ ਅਸੀਂ ਦਿਨ ਮਿੱਥ ਕੇ ਹੀ ਜੁੜੇ ਹੋਏ ਆ ਵੀ ਬਸ ਆਹ ਦਿਨ ਹੀ ਜਾਣਾ, ਹੋਰ ਕਿਸੇ ਦਿਨ ਨਹੀਂ ਜਾਣਾ, ਜਾਂ ਕਿਤੇ ਕੋਈ ਮੁਸੀਬਤ ਆ ਗਈ ਤਾਂ ਜਾਣਾ, ਨਹੀਂ ਤੇ ਜਾਣਾ ਹੀ ਕੋਈ ਨਹੀਂ ਹੈ, ਇਹ ਕੋਈ ਪ੍ਰੀਤ ਨਹੀਂ ਹੈ, ਮਾਫ ਕਰਨਾ। ਤੇ ਜੇ ਕੁਛ ਗੁਰਬਾਣੀ ਵਿੱਚੋਂ ਝਿੜਕ ਪੈ ਵੀ ਗਈ ਹੈ ਤੇ ਅਸੀਂ ਉਹਨੂੰ ਹੱਸ ਕੇ ਝੋਲੀ ਵਿੱਚ ਪਾ ਲੈਣਾ ਵੀ ਮੇਰੇ ਭਲੇ ਵਾਸਤੇ ਹੈ। ਉਹ ਬੱਚਿਆਂ ਦੇ ਵਿੱਚ ਕਾਹਦੀ ਪ੍ਰੀਤ ਹੈ ਮਾਪਿਆਂ ਦੇ ਪ੍ਰਤੀ। ਜਦੋਂ ਮਾਪੇ ਝਿੜਕਾਂ ਮਾਰਦੇ ਨੇ ਤੇ ਅੱਗੋਂ ਗਲ ਪੈ ਜਾਂਦੇ ਨੇ। ਕਈਆਂ ਦੇ ਹਾਲਤ ਬੜੀ ਮਾੜੀ ਹੈ, ਦੇਖੋ ਜਦੋਂ ਦੇਖਾਂਗੇ ਤੇ ਰੋਣਾ ਆ ਜਾਏਗਾ। ਉਹਨਾਂ ਦੇ ਜਵਾਨ ਜਵਾਨ ਧੀਆਂ ਪੁੱਤਰ ਮਾਪਿਆਂ ਨੂੰ ਮਾਰਨ ਤੱਕ ਆਉਂਦੇ ਨੇ। ਔਰ ਕਈ ਮਾਪੇ ਆਪਣੇ ਬੱਚਿਆਂ ਕੋਲੋਂ ਮਾਰ ਖਾ ਕੇ ਰੋ ਕੇ ਫਿਰ ਚੁੱਪ ਕਰ ਜਾਂਦੇ ਨੇ ਵੀ ਕੀ ਕਰੀਏ ਹੁਣ, ਕਿਹਨੂੰ ਆਪਣਾ ਦੁੱਖੜਾ ਸੁਣਾਈਏ। ਇਹ ਢਿੱਡੋਂ ਹੀ ਜੰਮੇ ਹੋਏ ਨੇ ਤੇ ਢਿੱਡ ਦੇ ਵਿੱਚ ਹੀ ਛੁਰਾ ਖੋਭ ਰਹੇ ਨੇ, ਕਿਹਨੂੰ ਦੱਸੀਏ। ਐਸਾ ਸਾਡਾ ਸੰਸਾਰ ਨਾਲ ਪਦਾਰਥਾਂ ਨਾਲ ਮੋਹ ਪੈ ਗਿਆ ਕਿ ਅਸੀਂ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਨਾ ਬਖਸ਼ਿਆ। ਕਿੰਨੀ ਕੁ ਪ੍ਰੀਤ ਹੈ ਸਾਡੀ। ਜੇ ਮਾੜੀ ਜਿਹੀ ਮਾਪੇ ਝਿੜਕਾਂ ਦੇ ਦੇਣ ਬੱਚਿਆਂ ਨੂੰ ਤੇ ਉਸੇ ਵੇਲੇ ਗਲ ਪੈਂਦੇ ਆ, ਘਰ ਛੱਡਣ ਨੂੰ ਤਿਆਰ ਹੋ ਜਾਂਦੇ ਆ। ਜਾਂ ਫਿਰ ਮਾਪੇ ਕੁਝ ਬਹੁਤਾ ਬੋਲ ਜਾਣ ਤੇ ਕਹਿੰਦੇ ਤੁਹਾਡੀ ਲੋੜ ਹੀ ਨਹੀਂ, ਚਲੋ ਬਿਰਧ ਆਸ਼ਰਮ, ਐਵੇਂ ਬੈਠੇ ਬੋਲੀ ਜਾਂਦੇ ਹੋ। ਕੀ ਕਰਨਾ ਤੁਸੀਂ ਘਰ ਬੈਠ ਕੇ, ਬਥੇਰਾ ਘਰ ਬੈਠ ਲਿਆ, ਹੁਣ ਤੁਸੀਂ ਜਾਓ ਜਾ ਕੇ ਬਿਰਧ ਆਸ਼ਰਮ ਬੈਠੋ। ਆਹ ਹੈ ਸਾਡਾ ਪਿਆਰ। ਜਿਨ੍ਹਾਂ ਨੇ ਦਿਨ ਰਾਤ ਮਿਹਨਤਾਂ ਕਰ ਕਰਕੇ ਘਰ ਬਣਾਇਆ ਰਹਿਣ ਵਾਸਤੇ, ਤੇ ਜਦੋਂ ਉਹ ਨਸੀਬ ਹੁੰਦਾ ਹੈ ਘਰ ਰਹਿਣ ਲਈ, ਉਦੋਂ ਉਹਨਾਂ ਨੂੰ ਅਸੀਂ ਬਿਰਧ ਆਸ਼ਰਮ ਤੋਰ ਦਿੰਦੇ ਹਾਂ। ਪਰ ਇਹ ਤੇ ਭੁੱਲ ਹੀ ਗਏ ਵੀ ਜਿਨ੍ਹਾਂ ਦੇ ਅਸੀਂ ਘਰ 'ਚ ਰਹਿ ਰਹੇ ਹਾਂ ਇਹ ਉਹਨਾਂ ਨੇ ਖੂਨ ਪਸੀਨਾ ਇੱਕ ਕਰਕੇ ਬਣਾਇਆ ਹੈ। ਅਸੀਂ ਉਹਨਾਂ ਦੇ ਬਣਾਏ ਹੋਏ ਘਰ ਵਿੱਚ ਰਹਿ ਕੇ ਤੇ ਉਹਨਾਂ ਨੂੰ ਬਾਹਰ ਕੱਢ ਦਿੰਦੇ। ਆਹ ਪ੍ਰੀਤ ਹੈ ਸਾਡੀ ਮਾਪਿਆਂ ਨਾਲ। ਭਰਾ ਨੇ ਭਰਾ ਨੂੰ ਕੁਛ ਕਹਿ ਦਿੱਤਾ ਤੇ ਗਲ ਪੈ ਜਾਣਾ। ਮਿੱਤਰ ਨੇ ਮਿੱਤਰ ਨੂੰ ਕੁਝ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ। ਕਹਿਣ ਲੱਗੇ ਆਹ ਹੈ ਦੁਨੀਆ ਦਾ ਪਿਆਰ। ਸਾਡਾ ਗੁਰੂ ਨਾਲ ਕਿੰਨਾ ਕੁ ਪਿਆਰ ਹੈ। ਮਾੜੀ ਜੀ ਕੋਈ ਗੱਲ ਕਹਿ ਦੇਵੇ ਵੀ ਇੱਦਾਂ ਨਹੀਂ ਇੱਦਾਂ ਬੈਠਣਾ ਹੈ, ਆਹ ਸੇਵਾ ਇੱਦਾਂ ਨਹੀਂ ਇੱਦਾਂ ਕਰਨੀ ਹੈ, ਬਾਣੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪੜ੍ਹਨੀ ਹੈ, ਅਸੀਂ ਉਸੇ ਵੇਲੇ ਝੱਟ ਜਵਾਬ ਦੇ ਕੇ
ਹਉਮੈ ਦਾ ਪ੍ਰਗਟਾਵਾ ਕਰਕੇ ਤੁਰ ਜਾਂਦੇ ਆ। ਸਾਡਾ ਗੁਰੂ ਨਾਲ ਦੇਖੋ, ਜੇ ਗੱਲ ਪ੍ਰੀਤ ਦੀ ਕਰੀਏ ਤੇ ਬਹੁਤ ਗੱਲਾਂ ਜਿਹੜੀਆਂ ਵਿੱਚੋਂ ਉੱਭਰ ਆਉਣਗੀਆਂ। ਕਿੰਨਾ ਕੁ ਸਾਡਾ ਸਿੱਖੀ ਨਾਲ ਪਿਆਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਆਪਣਾ ਪਿਆਰ ਦਿਖਾ ਦਿੱਤਾ, ਅਸੀਂ ਕਿੰਨਾ ਕੁ ਦਿਖਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਆਰ। ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜੋ ਵਾਅਦਾ ਕੀਤਾ ਉਹ ਪਿਆਰ ਵਿੱਚ ਨਿਭਾਇਆ। ਸਰਬੰਸ ਵਾਰਨ ਦੀ ਗੱਲ ਕੀਤੀ ਹੈ, ਸਰਬੰਸ ਵਾਰਿਆ ਹੈ। ਤੇ ਅਸੀਂ ਕਿੰਨਾ ਕੁ ਸਿੱਖੀ ਸਰੂਪ ਦੇ ਵਿੱਚ ਕਿੰਨਾ ਸਿੱਖੀ ਨਾਲ ਪਿਆਰ ਕਰਦੇ ਹਾਂ। ਜਿਨ੍ਹਾਂ ਦਾ ਹੈ ਮੁਬਾਰਕ ਹੈ, ਜਿਨ੍ਹਾਂ ਦਾ ਗੁਰੂ ਨਾਲ, ਗੁਰਬਾਣੀ ਨਾਲ, ਬਾਣੀ ਨਾਲ ਪਿਆਰ ਹੈ, ਜਿਹੜੀਆਂ ਆਪਣੇ ਜਾਨਾਂ ਦੀ ਵੀ ਪਰਵਾਹ ਨਹੀਂ ਕਰਦੇ, ਕਿਉਂਕਿ ਜਿੱਥੇ ਪ੍ਰੇਮ ਹੈ ਉੱਥੇ ਜਾਨ ਦੀ ਵੀ ਪਰਵਾਹ ਨਹੀਂ ਹੁੰਦੀ। ਉਹ ਪਿਆਰ ਵਾਲੇ ਹੀ ਸੀ ਜਿਨ੍ਹਾਂ ਨੂੰ ਅਸੀਂ ਰੋਜ਼ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ। ਇਹ ਰੋਜ਼ ਜਿਨ੍ਹਾਂ ਨੂੰ ਅਸੀਂ ਚੇਤੇ ਕਰਦੇ ਹਾਂ, ਇਹ ਪਿਆਰ ਵਾਲੇ ਹੀ ਨੇ। ਤੇ ਹੁਣ ਅੰਦਾਜ਼ਾ ਲਾਓ ਵੀ ਸਾਡੇ ਅੰਦਰ ਕਿੰਨਾ ਕੁ ਗੁਰੂ ਘਰ ਦੇ ਪ੍ਰਤੀ ਪਿਆਰ ਹੈ, ਕਿੰਨਾ ਅਸੀਂ ਗੁਰੂ ਨਾਲ, ਗੁਰਬਾਣੀ ਨਾਲ ਸਾਡਾ ਪਿਆਰ ਹੈ। ਇਸ ਲਈ ਇਹ ਸਾਰੀਆਂ ਗੱਲਾਂ ਸਮਝ ਕੇ ਚੱਲਣਾ ਪੈਣਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਸਾਹਿਬ ਕਹਿੰਦੇ, ਮਨ ਤੂੰ ਇਦਾਂ ਦੀ ਪ੍ਰੀਤ ਕਰ ਵੀ ਜਿਹਦੇ ਨਾਲ ਤੇਰੀ ਪ੍ਰੀਤ ਹੈ ਨਾ, ਜੇ ਉਹ ਤੈਨੂੰ ਧੱਕਾ ਵੀ ਦਿੰਦਾ ਹੈ ਤੇ ਤੂੰ ਉੱਥੋਂ ਦੀ ਉਹਨੂੰ ਛੱਡ ਕੇ ਨਹੀਂ ਆਉਣਾ। ਬੁੱਲੇ ਸ਼ਾਹ ਤੁਰੇ ਜਾਂਦੇ ਸੀ, ਮੁਰਸ਼ਿਦ ਨੇ ਕੁਝ ਕਹਿ ਦਿੱਤਾ ਹੋਏਗਾ ਤੇ ਛੱਡ ਕੇ ਆ ਗਏ। ਰਸਤੇ ਦੇ ਵਿੱਚ ਕਹਿੰਦੇ ਇੱਕ ਬੰਦਾ ਕੁੱਤੇ ਨੂੰ ਸੋਟੀਆਂ ਮਾਰਦਾ ਸੀ, ਦਰਵਾਜ਼ੇ ਤੋਂ ਨਾ ਉਹਨੂੰ ਪਰੇ ਹਟਾਉਂਦਾ ਸੀ ਧੱਕਾ ਦੇ ਕੇ ਵੀ ਚੱਲ ਪਰੇ ਹੋ। ਉਹ ਫਿਰ ਸੋਟੀਆਂ ਖਾ ਕੇ ਕਹਿੰਦੇ ਦਰਵਾਜ਼ੇ ਤੇ ਬਹਿ ਜਾਂਦਾ ਸੀ। ਥੋੜੀ ਦੇਰ ਬਾਅਦ ਫਿਰ ਉਹਨੇ ਸੋਟੀਆਂ ਮਾਰ ਕੇ ਉਹਨੂੰ ਪਰੇ ਕਰਨਾ, ਫਿਰ ਬਹਿ ਜਾਣਾ ਦਰਵਾਜ਼ੇ ਤੇ। ਕਿੰਨੀ ਦੇਰ ਇਸ ਤਰ੍ਹਾਂ ਹੋਇਆ ਤੇ ਬੁੱਲੇ ਸ਼ਾਹ ਨੂੰ ਬੜੀ ਗਹਿਰੀ ਚੋਟ ਲੱਗ ਗਈ। ਉਹ ਬੁੱਲੇ ਸ਼ਾਹ, ਦੇਖ ਤੇਰੇ ਨਾਲੋਂ ਇਹ ਕੁੱਤਾ ਕਿੰਨਾ ਵਫਾਦਾਰ ਹੈ, ਮਾਲਕ ਦੇ ਦਰ ਦੀਆਂ ਸੋਟੀਆਂ ਖਾ ਕੇ ਵੀ ਨਹੀਂ ਮਾਲਕ ਦਾ ਦਰ ਛੱਡਦਾ, ਤੇ ਤੈਨੂੰ ਮੁਰਸ਼ਿਦ ਨੇ ਇੱਕ ਗੱਲ ਕਹਿਤੀ, ਤੂੰ ਦਰ ਛੱਡ ਕੇ ਆ ਗਿਆ। ਉਸੇ ਵੇਲੇ ਕਹਿੰਦੇ ਸਮਝ ਆ ਗਈ ਵੀ ਆਹ ਪ੍ਰੀਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਾਹਿਬ ਕਹਿੰਦੇ ਦੇਖੋ, ਲਹਿਰੀ ਨਾਲ ਪਛਾੜੀ ਹੈ, ਜਿਸ ਪਾਣੀ ਨਾਲ ਕਮਲ ਫੁੱਲ ਜਿਹੜਾ ਪਿਆਰ ਕਰਦਾ ਹੈ, ਕਿਉਂਕਿ ਉਹਨੂੰ ਪਤਾ ਇਹਦੇ ਨਾਲ ਮੈਂ ਖਿੜਿਆ ਹੋਇਆ, ਜੇ ਇਹਦੇ ਤੋਂ ਮੈਂ ਪਿੱਛੇ ਹੋ ਗਿਆ ਤੇ ਮੈਂ ਮੁਰਝਾ ਜਾਣਾ। ਹੁਣ ਉਹ ਲਹਿਰੀ ਨਾਲ ਪਛਾੜੀ ਹੈ, ਉਹ ਲਹਿਰਾਂ ਉਹਨੂੰ ਪਿੱਛੇ ਧੱਕਾ ਦੇ ਕੇ ਕਰਦੀਆਂ ਨੇ ਵੀ ਪਰੇ ਹੋ ਜਾ। ਉਹ ਕਹਿੰਦੇ ਭੀ ਵਿਗਸੈ ਅਸਨੇਹ, ਉਹ ਫਿਰ ਖਿੜਿਆ ਹੋਇਆ ਮੁਸਕਰਾਉਂਦਾ ਰਹਿੰਦਾ ਹੈ। ਉਹ ਫਿਰ ਮੁਸਕਰਾਉਂਦਾ ਰਹਿੰਦਾ ਹੈ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਇਦਾਂ ਦੀ ਪ੍ਰੀਤ ਕਰ ਕਿ ਜੇ ਝਿੜਕ ਵੀ ਕੋਈ ਦਿੰਦਾ ਤੇ ਉਹ ਮਿੱਠਾ ਲੱਗੇ ਤੈਨੂੰ, ਪਿਆਰਾ ਲੱਗੇ ਤੈਨੂੰ। ਉਹਦੇ ਗਲ ਨਹੀਂ ਅਸੀਂ ਪੈ ਜਾਣਾ, ਅਸੀਂ ਕ੍ਰੋਧ ਵਿੱਚ ਨਹੀਂ ਆ ਜਾਣਾ, ਗੁੱਸੇ ਵਿੱਚ ਆ ਕੇ ਅਸੀਂ ਝਗੜੇ ਨਹੀਂ ਕਰਨੇ, ਸਗੋਂ ਪਿਆਰ ਦੇ ਨਾਲ ਉਹਨੂੰ ਕਹਿਣਾ ਵੀ ਤੇਰਾ ਭਲਾ ਹੋਵੇ, ਤੂੰ ਮੈਨੂੰ ਦੱਸ ਦਿੱਤਾ ਸੇਵਾ ਕਿੱਦਾਂ ਕਰੀਦੀ ਹੈ, ਸਿਮਰਨ ਕਿਵੇਂ ਕਰੀਦਾ ਹੈ, ਬਾਣੀ ਕਿਵੇਂ ਪੜ੍ਹੀਦੀ ਹੈ। ਜੇ ਮਾਪੇ ਵੀ ਝਿੜਕਦੇ ਆ ਤੇ ਬੱਚੇ ਕਹਿਣ ਵੀ ਇਹ ਸਾਡੇ ਭਲੇ ਵਾਸਤੇ ਝਿੜਕਦੇ ਆ। ਇਸ ਲਈ ਸਾਹਿਬ ਜੀ ਕਹਿੰਦੇ ਇਸ ਕਮਲ ਦੇ ਵਾਂਗ ਜਿਵੇਂ ਉਹ ਪਾਣੀ ਨਾਲ ਪ੍ਰੀਤ ਕਰਦਾ ਹੈ, ਤੂੰ ਵੀ ਇਸੇ ਤਰ੍ਹਾਂ ਹੀ ਪ੍ਰੀਤ ਜਿਹੜੀ ਆ ਉਹ ਕਰ। ਪਾਣੀ ਦੀਆਂ ਲਹਿਰਾਂ ਧੱਕੇ ਮਾਰਦੀਆਂ ਨੇ, ਪਰ ਫਿਰ ਵੀ ਉਹ ਪਿਆਰ ਦੇ ਵਿੱਚ ਖਿੜਿਆ ਰਹਿੰਦਾ ਹੈ। ਫਿਰ ਵੀ ਜਲ ਮਹਿ ਜੀ ਉਪਾਏ ਕੈ, ਬਿਨ ਜਲ ਮਰਨ ਤਿੰਨੇਹ। ਜਿੰਨੇ ਜੀਵ ਪਾਣੀ ਵਿੱਚ ਨੇ ਨਾ, ਪਾਣੀ 'ਚ ਰਹਿੰਦੇ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਤੁਹਾਨੂੰ ਪਾਣੀ ਤੋਂ ਅਲੱਗ ਕਰ ਦਿੱਤਾ ਜਾਏ। ਉਹ ਕਹਿੰਦੇ ਨਹੀਂ, ਕਿਉਂਕਿ ਬਿਨ ਜਲ ਮਰਨ ਤਨੇਹ, ਸਾਡਾ ਪਾਣੀ ਤੋਂ ਬਿਨਾਂ ਤੇ ਮਰਨਾ ਹੈ, ਪਾਣੀ ਤੇ ਸਾਡਾ ਜੀਵਨ ਹੈ। ਇਹ ਬਾਣੀ ਸਾਡਾ ਜੀਵਨ ਬਣ ਜਾਏ, ਸਾਨੂੰ ਕੋਈ ਬਾਣੀ ਤੋਂ ਦੂਰ ਕਰੇ ਤੇ ਸਾਡੀ ਹਾਲਤ ਵੀ ਇਸ ਤਰ੍ਹਾਂ ਤੜਪਣ ਲੱਗ ਜਾਏ ਕਿ ਮੈਂ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ।
ਬਾਣੀ ਤੋਂ, ਗੁਰਬਾਣੀ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ, ਇਦਾਂ ਦੀ ਪ੍ਰੀਤ ਹੋਵੇ। ਤੇ ਦੇਖੀਦਾ ਕਈ ਆਉਂਦੇ ਆ, ਮਾਇਆਵੀ ਜਾਲ ਵਿਛਾਉਂਦੇ ਆ, ਸਾਨੂੰ ਸਿੱਖੀ ਸਰੂਪ ਤੋਂ ਤੋੜ ਕੇ ਲੈ ਜਾਂਦੇ ਆ, ਬਾਣੀ ਤੋਂ ਅਲੱਗ ਕਰਕੇ ਲੈ ਜਾਂਦੇ ਆ। ਇੱਕ ਦਿਨ ਸੋਚ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਨੂੰ ਕੀ ਲੋੜ ਪਈ ਸੀ ਬਾਣੀ ਦੀ ਸੁਧਾਈ ਕਰਨ ਦੀ? ਤੁਹਾਨੂੰ ਕੀ ਲੋੜ ਪਈ ਸੀ ਗੁਰਬਾਣੀ ਦੀ ਸੁਧਾਈ ਕਰਕੇ ਪਿੱਛੇ ਸ਼ੁੱਧ ਕੀਚੈ ਇਹ ਲਿਖਣ ਦੀ ਕੀ ਲੋੜ ਪਈ ਸੀ? ਕਿਉਂਕਿ ਅੱਜ ਅਸੀਂ ਕੰਨਾਂ ਦਾ ਰਸ ਕੱਚੀ ਬਾਣੀ ਦਾ ਬਣਾਇਆ ਹੋਇਆ। ਅਸੀਂ ਫਿਰ ਇੱਕ ਪੰਗਤੀ ਗੁਰਬਾਣੀ ਦੀ ਲੈਂਦੇ ਹਾਂ, ਇੱਕ ਆਪਣੇ ਕੋਲੋਂ ਲਾਉਂਦੇ ਹਾਂ, ਤੇ ਫਿਰ ਰਲਾ ਤੇ ਅਸੀਂ ਆਪ ਵੀ ਕਰੀ ਜਾਂਦੇ ਹਾਂ। ਅੱਜ ਵੀ ਤੇ ਰਲਾ ਹੋ ਹੀ ਰਿਹਾ ਨਾ, ਇੱਕ ਪੰਗਤੀ ਗੁਰਬਾਣੀ ਦੀ ਲੈ ਲਈ, ਇੱਕ ਕੋਲੋਂ ਲਾ ਲਈ, ਪੜ੍ਹ ਦਿੱਤੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਦੀ ਸੁਧਾਈ ਕਿਉਂ ਕੀਤੀ ਸੀ? ਇਸੇ ਲਈ ਕੀਤੀ ਸੀ ਕਿ ਵਿੱਚੋਂ ਗੁਰਬਾਣੀ ਵਿੱਚੋਂ ਜੀ ਜਿਹੜਾ ਰਲਾ ਹੈ, ਜਿਹੜਾ ਪ੍ਰਿਥੀ ਚੰਦ ਦੇ ਪੁੱਤ ਮਿਹਰਵਾਨ ਨੇ ਬਾਣੀ ਵਿੱਚ ਰਲਾ ਕੀਤਾ, ਉਹ ਨਿਕਲ ਜਾਏ। ਤੇ ਅਸੀਂ ਘੱਟ ਹਾਂ, ਅਸੀਂ ਵੀ ਤੇ ਉਸੇ ਰਾਹ ਹੀ ਪਏ ਹੋਏ ਹਾਂ। ਫਿਰ ਕੀ ਫਾਇਦਾ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਬਾਣੀ ਦੀ ਸੁਧਾਈ ਭਾਈ ਗੁਰਦਾਸ ਜੀ ਕੋਲੋਂ ਰਾਮਸਰ ਦੇ ਅਸਥਾਨ ਤੇ ਕਰਵਾ ਕੇ ਤੇ ਵਿੱਚੋਂ ਦੀ ਮਿਲਾਵਟ ਕੱਢਣ ਦੀ? ਅਸੀਂ ਅੱਜ ਫਿਰ ਉੱਥੇ ਹੀ ਖਲੋਤੇ ਹੋਏ ਹਾਂ। ਅੱਧੀ ਪੰਗਤੀ ਗੁਰਬਾਣੀ ਦੀ ਲੈ ਲਓ, ਅੱਧੀ ਕੋਲੋਂ ਲਾ ਲਓ, ਤੇ ਚਲੋ ਅਸੀਂ ਵੀ ਸਵਾਦ ਲੈਂਦੇ ਹਾਂ। ਪਰ ਇਹ ਸੋਚਿਆ ਹੀ ਨਹੀਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਏਡਾ ਵੱਡਾ ਕਾਰਜ ਕਿਉਂ ਕੀਤਾ, ਕਿਸ ਵਾਸਤੇ ਕੀਤਾ। ਤੇ ਜਿਸ ਲਈ ਕਾਰਜ ਕੀਤਾ ਅਸੀਂ ਫਿਰ ਉਸੇ ਰਾਹ ਹੀ ਪੈ ਗਏ ਹਾਂ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਜਦੋਂ ਸਾਨੂੰ ਬਾਣੀ ਨਾਲੋਂ ਕੋਈ ਅਲੱਗ ਕਰੇ ਤੇ ਸਾਡੀ ਹਾਲਤ ਵੀ ਇਦਾਂ ਦੀ ਹੋਵੇ ਵੀ ਅਸੀਂ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ। ਅੰਮ੍ਰਿਤ ਬਾਣੀ ਤੋਂ ਬਿਨਾਂ ਸਾਡਾ ਜੀਵਨ ਕਾਹਦਾ ਹੈ? ਕੋਈ ਜੀਵਨ ਨਹੀਂ ਸਾਡਾ। ਬਿਨ ਜਲ ਮਰਨ ਤਨੇਹ, ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਆ ਉਹ ਪਾਣੀ ਤੋਂ ਬਿਨਾਂ ਮਰਨ ਵਾਲੀ ਹਾਲਤ ਹੋ ਜਾਂਦੀ ਹੈ। ਅਸੀਂ ਵੀ ਬਾਣੀ ਨਾਲ ਇੰਨਾ ਪਿਆਰ ਪਾਓ ਕਿ ਬਾਣੀ ਤੋਂ ਬਿਨਾਂ ਸਾਡੀ ਹਾਲਤ ਵੀ ਮਰਨ ਵਰਗੀ ਹੋ ਜਾਏ। ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਜੇ ਇੱਕ ਦਿਨ ਪਾਠ ਕਰ ਲਿਆ, ਮੁੜ ਕੇ 15 ਦਿਨ ਲੰਘ ਗਏ ਤੇ ਅੰਦਰ ਹਲੂਣਾ ਹੀ ਕੋਈ ਨਹੀਂ ਆਇਆ, ਤਾਂ ਅੰਦਰ ਹਿਰਦਾ ਤੜਪਿਆ ਹੀ ਕੋਈ ਨਾ, ਤੇ ਫਿਰ ਕਾਹਦੀ ਪ੍ਰੀਤ ਹੈ ਸਾਡੀ ਗੁਰੂ ਨਾਲ? ਸਾਡਾ ਤਾਂ ਹਰ ਦਿਨ ਜਿਹੜਾ ਹੈ ਉਹ ਅੰਮ੍ਰਿਤ ਬਾਣੀ ਨਾਲ ਜੁੜਿਆ ਹੋਇਆ ਬਤੀਤ ਹੋਵੇ। ਮਨ ਰੇ ਤੂੰ ਇਦਾਂ ਦੀ ਪ੍ਰੀਤ ਕਰ ਜਿਵੇਂ ਕਮਲ ਨੇ ਪਾਣੀ ਨਾਲ ਕੀਤੀ ਹੈ। ਲਹਿਰਾਂ ਦੇ ਧੱਕੇ ਖਾ ਕੇ ਵੀ ਖਿੜਿਆ ਹੋਇਆ ਉਹ ਪਾਣੀ ਨਾਲ ਜੁੜਿਆ ਰਹਿੰਦਾ ਹੈ। ਇਹ ਉਦਾਹਰਣ ਦੇ ਕੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉ ਅਦਖੋ ਤਿਉ ਸੁਖ ਕਣੋ, ਮਨ ਤਨ ਸ਼ਾਂਤ ਸਰੀਰ, ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੈ ਅਭ ਪੀਰ। ਫਿਰ ਦੂਸਰੇ ਪਦੇ ਵਿੱਚ ਦੂਸਰੀ ਉਦਾਹਰਨ ਦੇ ਕੇ ਸਮਝਾਇਆ ਮਛਲੀ ਦੀ ਤੇ ਪਾਣੀ ਦੀ ਪ੍ਰੀਤ। ਇਹ ਤੇ ਆਪਾਂ ਮਹਿਸੂਸ ਕਰ ਸਕਦੇ ਹਾਂ ਨਾ, ਪਾਣੀ ਜਿੱਥੇ ਮਛਲੀ ਹੋਵੇ, ਮਾੜਾ ਜਿਹਾ ਉਹਨੂੰ ਪਕੜ ਕੇ ਪਾਣੀ ਚੋਂ ਕੱਢ ਕੇ ਵੇਖੋ, ਉਸੇ ਵੇਲੇ ਤੜਪਣ ਲੱਗ ਜਾਂਦੀ, ਉਸੇ ਵੇਲੇ। ਇੰਨੀ ਗੂੜੀ ਪ੍ਰੀਤ ਸਾਡੀ ਹੋਣੀ ਚਾਹੀਦੀ ਹੈ ਪਰਮੇਸ਼ਵਰ ਦੇ ਨਾਮ ਨਾਲ, ਗੁਰਬਾਣੀ ਦੇ ਨਾਲ, ਕਿ ਜਦੋਂ ਹੀ ਸਾਨੂੰ ਕੋਈ ਬਾਣੀ ਤੋਂ ਦੂਰ ਕਰਨ ਲੱਗੇ ਉਸੇ ਵੇਲੇ ਤੜਪਣ ਲੱਗ ਜਾਓ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਐਸੀ ਇਦਾਂ ਦੀ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਵੇਂ ਮਛਲੀ ਨੀਰ ਪਾਣੀ ਨਾਲ ਪ੍ਰੀਤ ਕਰਦੀ ਹੈ। ਤੇ ਜਿਵੇਂ ਜਿਵੇਂ ਪਾਣੀ ਵੱਧਦਾ ਹੈ ਤਿਵੇਂ ਤਿਵੇਂ ਉਹਨੂੰ ਸੁੱਖ ਮਿਲਦਾ ਹੈ, ਉਹਨੂੰ ਸ਼ਾਂਤੀ ਮਿਲਦੀ ਹੈ, ਉਹਨੂੰ ਟਿਕਾ ਮਿਲਦਾ ਹੈ। ਤੇ ਜਿਵੇਂ ਜਿਵੇਂ ਪਾਣੀ ਘਟਦਾ ਹੈ ਉਹਦੇ ਅੰਦਰ ਘਬਰਾਹਟ ਹੁੰਦੀ ਹੈ, ਉਹਦੀ ਚਿੰਤਾ ਵੱਧਦੀ। ਸਾਡੀ ਵੀ ਹਾਲਤ ਇਹ ਹੋਵੇ, ਜਿੱਦਣ ਨਿਤਨੇਮ ਘਟਣਾ ਸ਼ੁਰੂ ਹੋ ਜਾਏ ਉਦਣ ਘਬਰਾਹਟ ਹੋਵੇ, ਚਿੰਤਾ ਹੋਵੇ ਵੀ ਹੁਣ ਕੀ ਹੋਏਗਾ, ਕਿਉਂਕਿ ਇਹ ਘਟ ਰਿਹਾ ਮੇਰਾ ਨਿਤ ਦਾ ਨੇਮ, ਮੇਰੀ ਹਾਜ਼ਰੀ ਗੁਰੂ ਦੇ ਚਰਨਾਂ 'ਚ ਘਟ ਰਹੀ ਹੈ, ਅੰਮ੍ਰਿਤ ਵੇਲੇ ਦਾ ਸਮਾਂ ਉੱਠਣ ਦਾ ਘਟ ਰਿਹਾ ਹੈ। ਇਹ ਅੰਦਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਤੜਪ ਅੰਦਰ ਸ਼ੁਰੂ ਹੋ ਜਾਏ
ਤੇ ਜਿਵੇਂ ਜਿਵੇਂ ਨਿਤਨੇਮ ਵਧੇ, ਬਾਣੀ ਵਧੇ, ਗੁਰੂ ਚਰਨਾਂ 'ਚ ਹਾਜ਼ਰੀ ਵਧੇ, ਤਿਵੇਂ ਤਿਵੇਂ ਅੰਦਰ ਖੁਸ਼ੀ ਆਣੀ ਚਾਹੀਦੀ ਹੈ, ਅੰਦਰ ਹਿਰਦਾ ਖਿੜਿਆ ਹੋਣਾ ਚਾਹੀਦਾ ਹੈ। ਪਰ ਮਾਫ ਕਰਨਾ, ਕਹਿਣ ਵੀ ਦੇਣਾ, ਕਿਉਂਕਿ ਕਹਿਣਾ ਪਏਗਾ। ਆ ਦੇਖਣ ਨੂੰ ਮਿਲਦੀ ਹੈ ਪ੍ਰੀਤ ਸਾਡੀ, ਇੱਕ ਹੱਥ ਵਿੱਚ ਗੁਟਕਾ ਸਾਹਿਬ ਹੁੰਦਾ ਹੈ ਤੇ ਇੱਕ ਹੱਥ ਵਿੱਚ ਮੋਬਾਈਲ ਹੁੰਦਾ ਹੈ, ਤੇ ਉਹ ਅਸੀਂ ਆਪਣੇ ਰੱਖਿਆ ਹੁੰਦਾ ਗੋਡੇ ਦੇ ਉੱਤੇ, ਇੱਕ ਹੱਥ ਵਿੱਚ ਗੁਟਕਾ ਸਾਹਿਬ ਤੇ ਪੜ੍ਹ ਰਹੇ ਹਾਂ ਬਾਣੀ, ਤੇ ਧਿਆਨ ਸਾਡਾ ਹੁੰਦਾ ਗੋਡੇ ਉੱਤੇ ਰੱਖੇ ਹੋਏ ਮੋਬਾਈਲ ਉੱਤੇ, ਮੈਸੇਜ ਤਾਂ ਨਹੀਂ ਆ ਗਿਆ ਕੋਈ, ਤੇ ਮਿੰਟ ਮਿੰਟ ਬਾਅਦ ਅਸੀਂ ਚੈੱਕ ਕਰੀ ਜਾਂਦੇ ਹਾਂ, ਅੱਖਾਂ ਬਾਣੀ ਪੜ੍ਹੀ ਜਾਂਦੀਆਂ, ਮਿੰਟ ਮਿੰਟ ਬਾਅਦ ਚੈੱਕ ਕਰੀ। ਆਹ ਪ੍ਰੀਤ ਹੈ ਸਾਡੀ, ਵੀ ਉਹ ਮੈਸੇਜ ਜਿਹੜਾ ਉਹ ਨਾ ਰਹਿ ਜਾਵੇ, ਕਿਤੇ ਪੰਗਤੀ ਵੀ ਰਹਿੰਦੀ ਹੈ ਉਹ ਰਹਿ ਜਾਵੇ, ਪਰ ਉਹ ਮੈਸੇਜ ਨਾ ਰਹਿ ਜਾਏ। ਅਰਦਾਸ ਵਿੱਚ ਜੇ ਖਲੋਤੇ ਆ ਤੇ ਜੇ ਮੋਬਾਈਲ ਵੱਜ ਗਿਆ ਤੇ ਅਰਦਾਸ ਛੱਡ ਕੇ ਅਸੀਂ ਬਾਹਰ ਚਲੇ ਜਾਂਦੇ ਹਾਂ, ਵੀ ਉਹ ਜਿਹੜਾ ਮੋਬਾਈਲ ਹੈ ਇਹ ਨਾ ਰਹਿ ਜਾਵੇ, ਬਸ ਅਰਦਾਸ ਰਹਿੰਦੀ ਹੈ ਰਹਿ ਜਾਵੇ, ਉਹਦਾ ਕੀ ਹੈ ਫਿਰ ਖਲੋ ਜਾਾਂਗੇ। ਪਰ ਇਹ ਹੈ ਵੀ 2-4 ਮਿੰਟ 5 ਮਿੰਟ ਬਾਅਦ ਵੀ ਆਪਾਂ ਮੋਬਾਈਲ ਜਿਹੜਾ ਜਿਹਦੀ ਵੀ ਉਹ ਕਾਲ ਆਈ ਹੈ ਸੁਣ ਸਕਦੇ ਹਾਂ, ਪਰ ਨਹੀਂ, ਅਸੀਂ ਕਹਿੰਦੇ ਹਾਂ ਅਰਦਾਸ ਵਿੱਚੋਂ ਨਿਕਲਣਾ ਜ਼ਰੂਰੀ ਹੈ। ਉਹ 2-4-5 ਮਿੰਟ ਦੀ ਅਰਦਾਸ ਵਿੱਚ ਖਲੋਣਾ ਵੀ ਭਾਰੂ ਹੋ ਜਾਂਦਾ ਹੈ ਉਸ ਵੇਲੇ। ਆਹ ਪ੍ਰੀਤ ਹੈ ਸਾਡੀ, ਫਿਰ ਅਸੀਂ ਕਹਿੰਦੇ ਹਾਂ ਸਾਨੂੰ ਸੁੱਖ ਨਹੀਂ ਮਿਲਦਾ। ਇਹ ਸ਼ਬਦ ਬਹੁਤ ਕੁਝ ਬਿਆਨ ਕਰਦਾ ਹੈ, ਬੜਾ ਕੁਝ। ਜੋ ਜੋ ਅੱਜ ਸਾਡੇ ਹਾਲਾਤ ਬਣੇ ਹੋਏ ਆ ਨਾ, ਉਹਨੂੰ ਵੇਖ ਕੇ ਬੜਾ ਕੁਝ ਬਿਆਨ ਕਰਦਾ ਹੈ। ਤੇ ਤੋਲ ਦੇਖੀਏ, ਮਾਪ ਤੋਲ ਕਰਕੇ ਕਿ ਸਾਡੀ ਕਿੰਨੀ ਕੁ ਪ੍ਰੀਤ ਹੈ ਗੁਰੂ ਗ੍ਰੰਥ ਸਾਹਿਬ ਨਾਲ, ਕਿੰਨਾ ਕੁ ਅਸੀਂ ਬਾਣੀ ਨਾਲ ਪਿਆਰ ਕਰਦੇ ਹਾਂ, ਕਿੰਨਾ ਕੁ ਸਾਡਾ ਪਰਮੇਸ਼ਵਰ ਦੇ ਨਾਲ ਅਸੀਂ ਕਿੰਨਾ ਕੁ ਤੜਪਦੇ ਹਾਂ ਉਹਦੇ ਵਾਸਤੇ, ਸਾਡੇ ਮਨ ਵਿੱਚ ਕਿੰਨਾ ਕੁ ਵੈਰਾਗ ਪੈਦਾ ਹੁੰਦਾ ਉਹਦੇ ਵਾਸਤੇ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਆਹ ਹੈ ਗੂੜੀ ਪ੍ਰੀਤ, ਤੇਰੇ ਤੋਂ ਬਿਨਾ ਮੈਨੂੰ ਪਾਣੀ ਅੰਨ ਭਾਉਂਦਾ ਹੀ ਕੋਈ ਨਹੀਂ ਹੈ। ਤੇ ਬੰਦਾ ਸਵੇਰੇ ਵੀ ਪੇਟ ਰੱਜ ਕੇ ਭਰ ਲੈਂਦਾ, ਰਾਤ ਨੂੰ ਵੀ ਰੱਜ ਕੇ ਭਰ ਲੈਂਦਾ, ਉਹਦੀ ਯਾਦ ਹੀ ਕੋਈ ਨਹੀਂ ਆਉਂਦੀ, ਤੇ ਕਾਹਦਾ ਪਿਆਰ ਹੈ। ਅਸੀਂ ਸਿਰਫ ਇੱਕ ਦਿਨ ਲਈ ਗੁਰੂ ਦੇ ਦਰ ਤੇ ਆ ਕੇ ਆਪਣਾ ਪਿਆਰ ਨਹੀਂ ਦਿਖਾਉਣਾ ਕਿ ਗੁਰੂ ਸਾਹਿਬ ਮੇਰਾ ਬੜਾ ਪਿਆਰ ਹੈ ਤੁਹਾਡੇ ਨਾਲ। ਗੁਰੂ ਸਾਹਿਬ ਨਾਲ ਤੁਸੀਂ ਨਿਤ ਆਪਣਾ ਪਿਆਰ ਦਿਖਾਓ। ਮਾਂ-ਬਾਪ ਜਦੋਂ ਬੱਚੇ ਛੋਟੇ ਹੁੰਦੇ ਆ ਨਾ, ਜਦੋਂ ਬੋਲਣ ਦੀ ਵੀ ਹਾਲਤ ਨਹੀਂ ਹੁੰਦੀ, ਚੱਲਣ ਦੀ ਵੀ ਹਾਲਤ ਨਹੀਂ ਹੁੰਦੀ, ਛੋਟੇ ਬੱਚੇ, ਤੇ ਮਾਂ-ਬਾਪ ਇਹ ਥੋੜ੍ਹੀ ਕਹਿੰਦੇ ਆ, ਹੁਣ ਮਾਂ ਇਹ ਥੋੜ੍ਹੀ ਕਹਿੰਦੀ ਹੈ ਵੀ ਇਹ ਰੋਜ਼ ਬਿਸਤਰਾ ਗਿੱਲਾ ਕਰ ਦਿੰਦਾ, ਅੱਜ ਮੈਂ ਇਹਦਾ ਸਾਫ਼ ਕਰਤਾ ਕੱਲ ਨੂੰ ਨਹੀਂ ਕਰਨਾ। ਉਹਦਾ ਪਿਆਰ ਹੈ ਆਪਣੇ ਬੱਚੇ ਦੇ ਪ੍ਰਤੀ, ਉਹਨੂੰ ਪਤਾ ਹੈ ਕਿ ਮੈਂ ਆਪਣੇ ਬੱਚੇ ਦੀ ਸੰਭਾਲ ਕਰਨੀ ਹੈ। ਪਰਮੇਸ਼ਵਰ ਨੂੰ ਪਤਾ ਹੈ ਕਿ ਇਹ ਸਾਰੇ ਮੇਰੇ ਹੀ ਬੱਚੇ ਨੇ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਉਹ ਪਾਲਣਾ ਕਰ ਰਿਹਾ ਸਾਰਿਆਂ ਦੀ। ਪਰ ਅਸੀਂ ਆਪਣਾ ਕਿੰਨਾ ਫਰਜ਼, ਫਿਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਜ਼ ਨਿਭਾ ਦਿੱਤਾ। ਬਾਣੀ ਵਿੱਚੋਂ ਮਿਲਾਵਟ ਕੱਢ ਕੇ ਤੱਤੀ ਤਵੀ ਤੇ ਬਹਿ ਗਏ। ਬਾਣੀ ਦੀ ਸੁਧਾਈ ਕਰਦਿਆਂ ਕਰਦਿਆਂ ਤੱਤੀ ਤਵੀ ਤੇ ਬਹਿ ਗਏ, ਕਿਉਂਕਿ ਲਾਹੌਰ ਤੋਂ 4 ਭਗਤ ਆਏ ਸੀ। ਮਹਾਰਾਜ ਕਹਿੰਦੇ ਇਹਦੇ ਵਿੱਚ ਬਾਣੀ 'ਚ ਨਹੀਂ ਤੁਹਾਡੀ ਬਾਣੀ ਰਲਣੀ। ਤੇ ਅਸੀਂ ਕਿੰਨਾ ਪਿਆਰ ਕਰਦੇ ਹਾਂ। ਅਸੀਂ ਫਿਰ ਗੁਰਬਾਣੀ ਨੂੰ ਵਿੱਚ ਅੱਧੀਆਂ ਪੰਗਤੀਆਂ ਕੋਲੋਂ ਲਾ ਲੈਂਦੇ ਹਾਂ, ਅੱਧੀਆਂ ਗੁਰਬਾਣੀ ਦੀਆਂ ਲਾ ਲੈਂਦੇ ਹਾਂ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ, ਇੰਨੀ ਵੱਡੀ ਕੁਰਬਾਨੀ ਗੁਰੂ ਸਾਹਿਬ ਨੇ ਦਿੱਤੀ, ਕਿੰਨਾ ਕੁ ਅਸੀਂ ਪਿਆਰ ਕਰਦੇ ਹਾਂ। ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੁਸੀਂ ਤਿਲਕ ਜੰਜੂ ਲਈ ਰਖਵਾਲੇ ਬਣ ਕੇ ਕੁਰਬਾਨੀ ਦੇ ਦਿੱਤੀ। ਸਾਡਾ ਕਿੰਨਾ ਪਿਆਰ ਹੈ ਗੁਰੂ ਤੇਗ ਬਹਾਦਰ ਸਾਹਿਬ ਨਾਲ। ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਕੁਛ ਕੋਲ ਆਪਣੇ ਨਹੀਂ ਰੱਖਿਆ, ਬਸ ਵੰਡਦੇ ਵੰਡਦੇ ਸਾਰਾ ਸਰਬੰਸ ਵਾਰ ਦਿੱਤਾ। ਅਸੀਂ ਕਿੰਨਾ ਪਿਆਰ ਕਰਦੇ ਹਾਂ, ਇਹ ਦੇਖਣਾ ਪੈਣਾ ਹੈ। ਅਰਥ ਤੇ ਆਪਾਂ 5 ਮਿੰਟ ਵਿੱਚ ਵੀ ਕਰਕੇ ਸਮਾਪਤੀ ਕਰ ਦਿਆਂਗੇ, ਪਰ ਗੱਲ ਤੇ ਵੀ ਕੀ ਸਮਝਾ ਰਹੇ ਨੇ ਗੁਰੂ ਨਾਨਕ ਸਾਹਿਬ। ਮਾੜੀ ਮਾੜੀ ਗੱਲ ਤੇ ਸਾਨੂੰ ਗੁੱਸਾ ਆ ਜਾਂਦਾ ਹੈ, ਮਾੜੀ ਮਾੜੀ ਗੱਲ ਤੇ ਕ੍ਰੋਧ ਆ ਜਾਂਦਾ ਹੈ, ਮਾੜੀ ਮਾੜੀ ਗੱਲ ਤੇ ਲੜਨ ਨੂੰ ਤਿਆਰ ਹੋ ਜਾਂਦੇ ਹਾਂ ਅਸੀਂ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਆ, ਜਿਉਂ ਅਧਿਕਉ ਤਿਉਂ ਸੁਖ ਘਣੋ, ਮਨ ਤਨ ਸ਼ਾਂਤ ਸਰੀਰ। ਜਿਵੇਂ ਜਿਵੇਂ ਅਧਿਕਉ, ਜਿਵੇਂ ਜਿਵੇਂ ਪਾਣੀ ਵੱਧਦਾ ਨਾ, ਅਧਿਕ ਹੁੰਦਾ, ਤਿਵੇਂ ਤਿਵੇਂ ਉਹਨੂੰ ਸੁੱਖ ਮਿਲਦਾ ਹੈ, ਤਿਵੇਂ ਤਿਵੇਂ ਉਹਨੂੰ ਮਨ ਨੂੰ ਸ਼ਾਂਤੀ, ਤਿਵੇਂ ਤਿਵੇਂ ਮੱਛਲੀ ਟਿਕ ਜਾਂਦੀ ਹੈ, ਉਹਨੂੰ ਖੁਸ਼ੀ ਹੁੰਦੀ ਹੈ। ਪਰ ਜਿਵੇਂ ਜਿਵੇਂ ਪਾਣੀ ਘਟਦਾ ਹੈ, ਤਿਵੇਂ ਤਿਵੇਂ ਉਹਨੂੰ ਘਬਰਾਹਟ ਹੁੰਦੀ ਹੈ, ਵੀ ਇਹਦੇ ਤੋਂ ਬਿਨਾ ਮੈਂ ਕਾਹਦੀ ਹਾਂ, ਇਹਦੇ ਤੋਂ ਬਿਨਾ ਤੇ ਮੇਰਾ ਜੀਵਨ ਹੀ ਕੁਛ ਨਹੀਂ। ਰੇ ਮਨ ਇਦਾਂ ਦੀ ਪ੍ਰੀਤ ਕਰ। ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੈ ਅਭ ਪੀਰ। ਕਿਉਂਕਿ ਪ੍ਰਭੂ ਜਾਣਦਾ ਹੈ ਕਿ ਮਛਲੀ ਦੇ ਅੰਦਰ ਕੀ ਹਾਲਤ ਹੁੰਦੀ ਹੈ, ਪਾਣੀ ਤੋਂ ਬਿਨਾਂ ਰਹਿ ਕੇ, ਉਹਦੇ ਤੋਂ ਵਿਛੜਨ ਤੋਂ ਬਾਅਦ ਉਹ ਉਹਦੇ ਅੰਦਰ ਦੀ ਪੀੜਾ ਨੂੰ ਜਾਣਦਾ ਹੈ। ਇਸੇ ਤਰ੍ਹਾਂ ਅਸੀਂ ਵੀ ਪਿਆਰ ਅੰਦਰ ਬਣਾਈਏ ਵਾਹਿਗੁਰੂ ਜੀ ਦੇ ਪ੍ਰਤੀ, ਤੇ ਸਾਡੇ ਅੰਦਰ ਜਿਹੜੀ ਤੜਪ ਹੋਏਗੀ ਨਾ ਉਹਨੂੰ ਮਿਲਣ ਦੀ, ਉਹ ਉਸ ਤੜਪ ਨੂੰ ਜਾਣਦਾ ਹੈ ਮੇਰਾ ਮਾਲਕ। ਉਹ ਮੇਰੇ ਮਾਲਕ ਨੇ ਮੇਰੇ ਅੰਦਰ ਦੇ ਵੈਰਾਗ ਨੂੰ ਜਾਣਨਾ, ਉਹ ਜਾਣਦਾ ਹੈ ਵੀ ਇਹਦੇ ਅੰਦਰ ਮੈਨੂੰ ਮਿਲਣ ਦਾ ਕਿੰਨਾ ਵੈਰਾਗ ਹੈ, ਕਿੰਨੀ ਤੜਪ ਹੈ, ਕਿੰਨਾ ਮੇਰੇ ਤੋਂ ਬਿਨਾਂ ਇਹ ਤੜਪਦਾ ਹੈ। ਉਹ ਮਾਲਕ ਵਾਹਿਗੁਰੂ ਪਰਮੇਸ਼ਵਰ ਸਭ ਜਾਣਦੇ ਹਨ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ, ਸਰ ਭਰ ਥਲ ਹਰਿਆਵਲੇ, ਇਕ ਬੂੰਦ ਨਾ ਪਵੀ ਕੇਹ, ਕਰਮ ਮਿਲੈ ਸੋ ਪਾਈਐ, ਕਿਰਤ ਪਿਆ ਸਿਰ ਦੇਹ। ਫਿਰ ਤੀਸਰੇ ਪਦੇ ਵਿੱਚ ਤੀਸਰੀ ਉਦਾਹਰਨ ਦਿੱਤੀ। ਇੱਕ ਉਦਾਹਰਨ ਨਹੀਂ, ਗੁਰੂ ਸਾਹਿਬ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ, ਤਾਂ ਕਿ ਮਨ ਸਮਝ ਵਿੱਚ ਆ ਜਾਏ, ਮਨ ਨੂੰ ਸਮਝ ਆ ਜਾਏ। ਫਿਰ ਤੀਸਰੀ ਉਦਾਹਰਨ ਦਿੱਤੀਆਂ, ਕਹਿਣ ਲੱਗੇ ਜਿਸ ਤਰ੍ਹਾਂ ਚਾਤਰਿਕ ਦੀ, ਪਪੀਹੇ ਦੀ ਇੱਕ ਸਵਾਂਤੀ ਬੂੰਦ ਲਈ ਤੜਪ ਹੁੰਦੀ ਹੈ, ਇਸੇ ਤਰ੍ਹਾਂ ਤੁਹਾਡੇ ਅੰਦਰ ਵੀ ਪਰਮੇਸ਼ਵਰ ਦੇ ਨਾਮ ਪ੍ਰਤੀ ਇੱਕ ਤੜਪ ਹੋਵੇ। ਹਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਾਤਰਿਕ ਮੇਹ। ਮੇਹ ਮੈਨੇ ਬਰਸਾਤ, ਵਰਖਾ। ਕਿਉਂਕਿ ਚਾਤਰਿਕ ਪਪੀਹਾ ਉਹ ਜਦੋਂ ਮੂੰਹ ਥੱਲੇ ਕਰਕੇ ਪਾਣੀ ਪੀਂਦਾ, ਪੀਤਾ ਹੀ ਨਹੀਂ ਜਾਂਦਾ, ਕਿਉਂਕਿ ਚੁੰਝ ਵਿੱਚ ਛੇਕ ਹੈ, ਉਹ ਪਾਣੀ ਗਲ ਤੱਕ ਪਹੁੰਚਦਾ ਹੀ ਨਹੀਂ ਹੈ। ਪਿਆਸ ਲੱਗਦੀ ਹੈ, ਤੜਪਦਾ ਇੱਕ ਇੱਕ ਬੂੰਦ ਲਈ। ਦੇਖੋ ਜਦੋਂ ਬਹੁਤ ਕੁਛ ਹੁੰਦਾ ਹੈ ਉਦੋਂ ਕਦਰ ਨਹੀਂ ਹੁੰਦੀ, ਜਦੋਂ ਕੁਛ ਨਹੀਂ ਹੁੰਦਾ ਫਿਰ ਕਦਰ ਹੁੰਦੀ ਹੈ। ਹੁਣ ਇਹ ਪਾਣੀ ਨਹੀਂ ਮਿਲਦਾ ਇਹਨੂੰ, ਇਹ ਤੜਪਦਾ ਹੈ, ਤੇ ਫਿਰ ਇੱਕੋ ਹੀ ਇਹਦੇ ਲਈ ਸਹਾਰਾ ਹੁੰਦਾ ਹੈ ਵੀ ਹੁਣ ਆਸਮਾਨ ਤੋਂ ਜਦੋਂ ਮੀਂਹ ਵਰਖਾ ਹੋਏਗੀ, ਉਹਦੀ ਇੱਕ ਕਣੀ ਵੀ ਮੇਰੇ ਅੰਦਰ ਚਲੀ ਜਾਏ, ਉਹਨੂੰ ਸਵਾਂਤੀ ਬੂੰਦ ਕਹਿੰਦੇ ਆ। ਇੱਕ ਵੀ ਬੂੰਦ, ਇੱਕ ਵੀ ਕਣੀ ਮੇਰੇ ਅੰਦਰ ਚਲੀ ਜਾਏ ਤੇ ਮੇਰੀ ਪਿਆਸ ਬੁੱਝ ਜਾਏਗੀ। ਔਰ ਕਿਤੇ ਨਾ ਕਿਤੇ ਉਹਦੀ ਫਰਿਆਦ ਸੁਣੀ ਵੀ ਗਈ ਹੈ। ਅਸੀਂ ਕਹਿੰਦੇ ਹਾਂ ਸਾਡੀ ਰੱਬ ਸੁਣਦਾ ਹੀ ਨਹੀਂ ਹੈ, ਅਸੀਂ ਅਰਦਾਸਾਂ ਬੜੀਆਂ ਕਰਦੇ ਹਾਂ, ਕਰਦੇ ਹੋਵਾਂਗੇ ਠੀਕ ਹੈ, ਪਰ ਬਬੀਹੇ ਵਾਂਗੂ ਕਰਕੇ ਵੇਖੋ ਨਾ ਕਿ ਮੇਰੇ ਮਾਲਕਾ, ਮੇਰਾ ਤੇਰੇ ਤੋਂ ਬਿਨਾ ਹੈ ਹੀ ਕੋਈ ਨਹੀਂ ਦੂਜਾ, ਮੈਂ ਹੋਰ ਥਾਉ ਨਹੀਂ। ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਦਾਂ ਬੇਨਤੀ ਕਰਕੇ ਵੇਖੋ, ਬੰਦਾ ਕਹਿੰਦਾ ਇੱਥੇ ਨਹੀਂ ਤੇ ਉੱਥੇ, ਉੱਥੇ ਨਹੀਂ ਤੇ ਉੱਥੇ, ਫਿਰ ਕਿਵੇਂ ਸੁਣੀ ਜਾਏਗੀ? ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਤੇ ਉਹ ਵਰਸਦਾ ਵੀ ਹੈ। ਸਭ ਕਹਿੰਦੇ ਇਦਾਂ ਪ੍ਰੀਤ ਕਰ ਜਿਵੇਂ ਮੱਛਲੀ ਨੇ ਪਾਣੀ ਨਾਲ ਕੀਤੀ ਹੈ, ਜਿਸ ਤਰ੍ਹਾਂ ਇੱਕ ਪਪੀਹਾ ਸਵਾਂਤੀ ਬੂੰਦ ਵਾਸਤੇ ਤੜਪਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਸਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵਹੀਂ ਕੇਹ। ਪਪੀਹਾ ਕਹਿੰਦਾ ਵੀ ਆ ਸਰੋਵਰ ਭਰੇ ਪਏ ਆ, ਥਲ ਹਰਿਆਵਲੇ, ਚਾਰੇ ਪਾਸੇ ਹਰਿਆਵਲੀ ਹਰਿਆਵਲੀ ਹੈ, ਪਰ ਮੈਂ ਕੀ ਕਰਾਂ? ਮੈਨੂੰ ਤੇ ਇੱਕ ਬੂੰਦ ਨਹੀਂ ਮਿਲਦੀ ਪਈ, ਮੈਂ ਇਹ ਬਾਹਰ ਦੀ ਹਰਿਆਵਲੀ ਨੂੰ ਕੀ ਕਰਾਂ?
ਮੈਂ ਬਾਹਰ ਦੇ ਭਰੇ ਹੋਏ ਸਰੋਵਰ ਕੀ ਕਰਨੇ ਆ ਜੇ ਮੈਨੂੰ ਇੱਕ ਬੂੰਦ ਵੀ ਪੀਣ ਨੂੰ ਨਸੀਬ ਨਾ ਹੋਵੇ। ਬੜਾ ਕੁਛ ਇੱਥੇ ਬਿਆਨ ਕੀਤਾ ਜਾ ਸਕਦਾ ਹੈ। ਆ ਬਾਹਰ ਦੇ ਜਿਹੜੇ ਖਾਣ ਵਾਲੇ ਸਟਾਲ ਨੇ ਨਾ, ਇਹਨਾਂ ਨੇ ਵੀ ਸਾਡੇ ਬੜੇ ਕਦਮ ਰੋਕੇ ਆ। ਬੜੀ ਵਾਰ ਬੇਨਤੀ ਕੀਤੀ ਹੈ। ਕਈ ਵਾਰ ਹੁੰਦਾ ਵੀ ਸਮਾਗਮ ਦੀ ਸਮਾਪਤੀ ਵੀ ਹੋ ਜਾਂਦੀ ਹੈ, ਕੀਰਤਨ ਵੀ ਹੋ ਜਾਂਦਾ ਹੈ, ਅਰਦਾਸ ਵੀ ਹੋ ਜਾਂਦਾ ਹੈ, ਹੁਕਮ ਵੀ ਹੋ ਜਾਂਦਾ ਹੈ, ਪ੍ਰਸ਼ਾਦ ਵੀ ਵਰਤ ਜਾਂਦਾ ਹੈ, ਪਰ ਅਸੀਂ ਉਹ ਸਟਾਲਾਂ ਤੱਕ ਹੀ ਰੁਕੇ ਰਹਿ ਜਾਂਦੇ ਹਾਂ। ਉੱਥੇ ਤੜਪ ਦਿਖਾਇਆ ਕਰੋ ਵੀ ਇਹ ਪਦਾਰਥ ਜਿਹੜੇ ਨੇ ਇਹਨਾਂ ਨੂੰ ਮੈਂ ਕੀ ਕਰਨਾ ਜੇ ਇੱਕ ਗੁਰਬਾਣੀ ਦੀ ਪੰਕਤੀ ਵੀ ਮੇਰੇ ਕੰਨਾਂ 'ਚ ਨਾ ਪਈ। ਮੈਂ ਕੀ ਕਰਨੇ ਇਹੋ ਜਿਹੇ ਪਦਾਰਥ। ਵਧੀਆ ਵਧੀਆ ਠੀਕ ਹੈ, ਮੁਬਾਰਕ ਹੈ, ਸੇਵਾ ਨੂੰ ਤੁਹਾਨੂੰ ਭਾਵਨਾ ਦੀ ਤੁਹਾਡੀ ਕਦਰ ਕਰਦੇ ਆ, ਪਰ ਜਿਹੜੀ ਅਸਲੀਅਤ ਪ੍ਰੀਤ ਦੀ ਗੱਲ ਸਮਝੋਗੇ ਤਾਂ ਉਹ ਸਾਡੇ ਜੀਵਨ ਵਿੱਚ ਸਾਨੂੰ ਬਹੁਤ ਲਾਭ ਮਿਲੇਗਾ। ਬਾਹਰ ਦੇ ਪਦਾਰਥ ਅਸੀਂ ਇੰਨੇ ਬਣਾ ਲਏ, ਬੰਦਾ ਖਾਂਦਾ ਖਾਂਦਾ ਮਸਤ ਹੋ ਗਿਆ, ਇੱਕ ਪੰਗਤੀ ਨਹੀਂ ਕੰਨਾਂ ਦੇ ਵਿੱਚ ਪਈ, ਇੱਕ ਬੂੰਦ ਵੀ ਨਹੀਂ ਅੰਦਰ ਗਈ ਤੇ ਬਾਹਰ ਦੇ ਪਦਾਰਥਾਂ ਨਾਲ ਪੇਟ ਭਰ ਲਿਆ। ਇਹ ਕਾਹਦੀ ਪ੍ਰੀਤ ਹੈ ਸਾਡੀ ਗੁਰਬਾਣੀ ਨਾਲ। ਅਸੀਂ ਆਏ ਗੁਰੂ ਦੇ ਦਰ ਤੇ ਆਏ, ਆ ਕੇ ਬਸ ਬਾਹਰ ਜਿਹੜਾ ਕਿਤੇ ਖਲੋ ਕੇ ਫੋਟੋ ਖਿਚਾ ਲਈ, ਕਦੇ ਕਿਤੇ ਖਲੋ ਕੇ ਪੋਜ ਬਣਾ ਲਿਆ, ਕਦੇ ਕੋਈ ਬਣਾ ਲਿਆ। ਅਸੀਂ ਦਿਖਾ ਦਿੱਤਾ ਵੀ ਮੈਂ ਆ ਗੁਰੂ ਘਰ, ਪਰ ਉੱਥੋਂ ਇੱਕ ਪੰਗਤੀ ਵੀ ਨਹੀਂ ਅਸੀਂ ਸੁਣੀ, ਇੱਕ ਪੰਗਤੀ ਵੀ ਕੰਨਾਂ ਦੇ ਰਾਹੀਂ ਅੰਦਰ ਨਹੀਂ ਗਈ। ਤੇ ਫਿਰ ਤੜਪ ਸਾਡਾ ਕਾਹਦਾ ਪਿਆਰ ਸੀ ਗੁਰੂ ਨਾਲ। ਅਸੀਂ ਤੇ ਮਾਇਆਵੀ ਰੰਗਾਂ ਵਿੱਚ ਰੰਗੇ ਆਏ, ਮਾਇਆਵੀ ਰੰਗਾਂ ਵਿੱਚ ਰੰਗ ਕੇ ਚਲੇ ਗਏ। ਆਹ ਤੜਪ ਹੋਵੇ ਪਪੀਹੇ ਵਾਲੀ ਕਿ ਆਹ ਸਰੋਵਰ ਭਰਿਆ ਪਿਆ ਪਾਣੀ ਨਾਲ, ਮੈਂ ਇਹਨੂੰ ਕੀ ਕਰਨਾ ਜੇ ਮੈਨੂੰ ਇੱਕ ਬੂੰਦ ਵੀ ਪੀਣ ਨੂੰ ਨਾ ਮਿਲੇ। ਕਦੀ ਕਿਹਾ ਵੀ ਇੰਨੇ ਜ਼ਿਆਦਾ ਸਟਾਲ ਲੱਗੇ ਨੇ ਖਾਣ ਵਾਲੇ, ਮੈਂ ਕੀ ਕਰਨੇ ਨੇ ਇਹ ਜੇ ਮੇਰੇ ਕੰਨਾਂ 'ਚ ਇੱਕ ਬਾਣੀ ਦੀ ਪੰਗਤੀ ਵੀ ਨਾ ਪਈ ਤਾਂ। ਜੇ ਇੱਕ ਵੀ ਪੰਗਤੀ ਮੇਰੇ ਕੰਨਾਂ ਵਿੱਚ ਗੁਰਬਾਣੀ ਦੀ ਮੈਨੂੰ ਸੁਣਨ ਨਾ ਮਿਲੀ, ਪਰ ਮੈਂ ਜਾ ਕੇ ਕਹਾਂਗਾ ਵੀ ਮੈਂ ਸਮਾਗਮ ਵਿੱਚ ਗਿਆ ਸੀ, ਉਹ ਸਮਾਗਮ ਤੋਂ ਹੋ ਕੇ ਆਇਆ। ਪਰ ਜਿਹਨੇ ਬੂੰਦ ਲਈ ਹੋਏਗੀ ਉਹ ਕਹੇਗਾ ਵੀ ਅੱਜ ਕੀਰਤਨ ਬੜਾ ਸਵਾਦ ਸੀ, ਅੱਜ ਕੀਰਤਨ ਵਿੱਚੋਂ ਰਸ ਬੜਾ ਆਇਆ। ਤੇ ਜਿਹਨੇ ਲਿਆ ਹੀ ਨਹੀਂ ਉਹ ਪਦਾਰਥਾਂ ਦੀ ਗੱਲ ਕਰੇਗਾ ਵੀ ਅੱਜ ਫਲਾਣੀ ਚੀਜ਼ ਬੜੀ ਸਵਾਦ ਸੀ, ਇੱਕ ਵਾਰ ਖਾਧੀ ਹੈ, ਦੂਜੀ ਵਾਰ ਮਿਲੀ ਨਹੀਂ ਮੈਨੂੰ, ਉਹ ਗੱਲਾਂ ਕਰੇਗਾ। ਪਰ ਜਿਹਦੀ ਪ੍ਰੀਤ ਸੀ ਉਹ ਕਹੇਗਾ ਵੀ ਅੱਜ ਕੀਰਤਨ 'ਚ ਸ਼ਬਦ ਬੜਾ ਸਵਾਦ ਸੀ, ਅੱਜ ਬੜਾ ਹੀ ਸਵਾਦ ਆਇਆ। ਤੇ ਜਿਨ੍ਹਾਂ ਨੂੰ ਸਵਾਦ ਆਉਂਦਾ, ਕਈ ਵਾਰੀ ਪ੍ਰੈਕਟੀਕਲ ਕਰਕੇ ਵੇਖਿਓ, ਜਦੋਂ ਸਵਾਦ ਆਉਂਦਾ ਤੇ ਸਾਰਾ ਦਿਨ ਸ਼ਬਦ ਉਹੀ ਚੱਲਦਾ, ਸਾਰਾ ਦਿਨ। ਤੁਸੀਂ ਹੱਥਾਂ ਪੈਰਾਂ ਨਾਲ ਕੰਮ ਕਾਜ ਵਿੱਚ ਰੁੱਝੇ ਹੋਏ ਹੋ, ਤੁਹਾਡੇ ਦਿਮਾਗ ਵਿੱਚ ਸ਼ਬਦ ਉਹ ਚੱਲਦਾ ਰਹੇਗਾ, ਕਿਉਂਕਿ ਤੁਹਾਨੂੰ ਉਹਦੇ ਚੋਂ ਸਵਾਦ ਆਇਆ ਹੈ, ਉਹਦੇ ਚੋਂ ਰਸ ਆਇਆ ਹੈ ਤੁਹਾਨੂੰ। ਇਸ ਲਈ ਮਹਾਰਾਜ ਜੀ ਕਹਿੰਦੇ ਉਹ ਪਪੀਹੇ ਵਾਂਗੂ ਪ੍ਰੀਤ ਕਰ ਮਨ। ਉਹ ਕਹਿੰਦਾ ਸਰ ਭਰ ਥਲ ਹਰਿਆਵਲੇ, ਸਾਰੇ ਥਾਂ ਹਰਿਆਵਲੇ ਨੇ ਪਰ ਮੇਰੇ ਅੰਦਰ ਤਾਂ ਸੋਕਾ ਪਿਆ ਹੋਇਆ ਹੈ। ਮੈਂ ਸਾਰੀਆਂ ਹਰਿਆਵਲੀਆਂ ਥਾਵਾਂ ਨੂੰ ਕੀ ਕਰਾਂ, ਮੇਰੇ ਅੰਦਰ ਤੇ ਹਰਿਆਵਲੀ ਹੈ ਕੋਈ ਨਹੀਂ। ਆ ਬਾਹਰ ਸਰੋਵਰ ਭਰੇ ਪਏ ਆ ਪਾਣੀ ਨਾਲ, ਪਰ ਮੇਰੇ ਅੰਦਰ ਤਾਂ ਇੱਕ ਬੂੰਦ ਨਹੀਂ ਹੈ। ਇੱਕ ਬੂੰਦ ਨਾ ਪਵਈ ਕਹੇ ਦਾ ਅਰਥ ਮੈਂ ਕੀ ਕਰਾਂ। ਇਹ ਭਰੇ ਹੋਏ ਸਰੋਵਰ ਕਿਸ ਕੰਮ ਦੇ ਮੇਰੇ, ਇਹ ਬਾਹਰ ਦੀ ਹਰਿਆਵਲੀ ਕਿਸ ਕੰਮ ਦੀ ਜੇ ਅੰਦਰ ਹੀ ਮੇਰੇ ਸੋਕਾ ਪਿਆ ਹੈ। ਇਸ ਲਈ ਕਹਿੰਦੇ ਤੂੰ ਪਪੀਹੇ ਵਾਂਗੂ ਪ੍ਰੀਤ ਕਰ, ਮਾਲਕ ਦੇ ਚਰਨਾਂ ਦੇ ਨਾਲ ਬੇਨਤੀ ਕਰ, ਤੇਰੀ ਵੀ ਪੁਕਾਰ ਸੁਣੀ ਜਾਏ। ਕਿਉਂਕਿ ਕਰਮ ਨੂੰ ਫਲ ਲੱਗਣਾ ਹੈ, ਤੇ ਜੇ ਤੂੰ ਕਰਮ ਕਰੇਂਗਾ ਹੀ ਨਹੀਂ ਤੇ ਫਲ ਕਿੱਥੋਂ ਲੱਗਣਾ ਹੈ। ਜੇ ਤੇਰੇ ਅੰਦਰ ਪ੍ਰੀਤ ਹੈ ਹੀ ਨਹੀਂ ਤੇ ਫਿਰ ਮਾਲਕ ਤੇਰੇ ਤੇ ਬਖਸ਼ਿਸ਼ ਕਿਵੇਂ ਕਰੇਗਾ। ਤੂੰ ਤੇ ਮੁੱਖੋਂ ਗੰਢਾਂ ਲਾਈ ਜਾਂਦਾ ਵੀ ਮੇਰਾ ਬੜਾ ਪਿਆਰ ਹੈ, ਬੜਾ ਪਿਆਰ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਜਿੰਨੀਆਂ ਗੰਢਾਂ ਅਸੀਂ ਮੁੱਖੋਂ ਲਾਉਂਦੇ ਆ ਉਹਦੇ ਨਾਲੋਂ ਕਈ ਗੁਣਾ ਵੱਧ ਮਨ ਕਰਕੇ ਪ੍ਰੀਤ ਪਾ ਕੇ ਵੇਖੋ, ਕੋਈ ਉਲਾਂਭਾ ਦੇਣਾ ਹੀ ਨਹੀਂ ਪਏਗਾ, ਕੋਈ ਰੋਸ ਕਰਨਾ ਹੀ ਨਹੀਂ ਪਏਗਾ। ਪਰ ਅਸੀਂ ਤੇ ਗੱਲਾਂ ਗੱਲਾਂ ਵਿੱਚ ਹੀ ਕਹਿ ਰਹੇ ਹਾਂ ਵੀ ਰੱਬ ਜੀ ਬੜਾ ਪਿਆਰ ਹੈ, ਗੁਰੂ ਗ੍ਰੰਥ ਸਾਹਿਬ ਜੀ ਬੜਾ ਪਿਆਰ ਹੈ, ਗੁਰੂ ਗੋਬਿੰਦ ਸਿੰਘ ਜੀ। ਆਹ ਹਫਤਾ ਆਉਂਦਾ ਨਾ ਸਾਹਿਬਜ਼ਾਦਿਆਂ ਦਾ, ਕਿੰਨਾ ਵੈਰਾਗ ਆਉਂਦਾ ਸਾਡੇ ਸਾਹਿਬਜ਼ਾਦਿਆਂ ਦਾ। ਆ ਪੋਹ ਦੇ 6 ਪੋਹ ਤੋਂ ਲੈ ਕੇ 13 ਪੋਹ ਤੱਕ
ਕਿੰਨਾ ਵੈਰਾਗ ਆਉਂਦਾ ਹੈ, ਤੇ ਮੁੜ ਕੇ ਪੂਰਾ ਸਾਲ ਫਿਰ ਅਸੀਂ ਪੂਰਾ ਸਾਲ ਤਾਂ ਮੁੜ ਕੇ ਸਾਹਿਬਜ਼ਾਦੇ ਚੇਤੇ ਨਹੀਂ ਆਉਂਦੇ ਹੋਣਗੇ। ਫਿਰ ਕੀ ਕਰਨਾ ਅਸੀਂ ਐਸੇ ਪਿਆਰ ਨੂੰ? ਉਹ ਪਿਆਰ ਜਿਹੜਾ ਹਰ ਘੜੀ ਹਰ ਪਲ ਸਾਡੇ ਅੰਦਰ ਬਣਿਆ ਰਵੇ। ਅਸੀਂ ਪੂਰੇ ਸਾਲ ਚੇਤੇ ਕਰਕੇ ਸਿੱਖੀ ਨੂੰ ਕਮਾਉਣਾ ਹੈ, ਬਾਣੀ ਦਾ ਅਭਿਆਸ ਕਰਨਾ ਹੈ। ਇਹ ਸੱਚ ਹੈ, ਕਿਉਂਕਿ ਸੱਚ ਕੌੜਾ ਹੁੰਦਾ ਹੈ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਤੂੰ ਇਦਾਂ ਦੀ ਪ੍ਰੀਤ ਕਰ, ਕਰਮ ਮਿਲੈ ਸੋ ਪਾਈਐ, ਕਿਰਤ ਪਿਆ ਸਿਰ ਦੇ। ਕਿਰਤ ਜਿਹੜੀ ਅਸੀਂ ਕਿਰਤ ਕਰਨੀ ਹੈ, ਜੋ ਕਰਮ ਕਰਨਾ ਹੈ, ਉਹਦਾ ਹੀ ਸਿਰ ਦੇ ਦਾ ਅਰਥ ਹੈ ਵੀ ਤੇਰੇ ਸਿਰ ਤੇ ਜਿਹੜਾ ਲੇਖ ਲਿਖਿਆ ਜਾਣਾ ਉਹ ਤੇਰੇ ਕਰਮ ਦੇ ਆਧਾਰ ਤੇ ਜੇ ਤੂੰ ਸੱਚੀ ਪ੍ਰੀਤ ਕਰੇਗਾ ਤੇ ਉਹਦੀ ਬਖਸ਼ਿਸ਼ ਦੇ ਨਾਲ ਉਹਦੀਆਂ ਰਹਿਮਤਾਂ ਪਾਲੇਗਾ। ਤੇ ਜੇ ਤੂੰ ਫਾਰਮੈਲਿਟੀ ਕਰ ਰਿਹਾ, ਦਿਖਾਵਾ ਕਰ ਰਿਹਾ, ਤੇਰੇ ਮਨ ਵਿੱਚ ਪ੍ਰੀਤ ਹੈ ਕੋਈ ਨਹੀਂ, ਸਿਰਫ ਦਿਖਾ ਰਿਹਾ ਵੀ ਮੇਰਾ ਬੜਾ ਪਿਆਰ ਹੈ, ਤੇ ਇਦਾਂ ਬਖਸ਼ਿਸ਼ਾਂ ਨਹੀਂ ਮਿਲਣੀਆਂ। ਕਿਉਂਕਿ ਜਿਹੜਾ ਬੀਜ ਉੱਪਰ ਪਿਆ ਹੋਵੇ ਉਹ ਪੁੰਗਰ ਦਾ ਨਹੀਂ, ਜੇ ਪੁੰਗਰ ਜਾਏ ਤੇ ਫਲ ਤੱਕ ਪਹੁੰਚਦਾ ਨਹੀਂ, ਕਿਉਂਕਿ ਜ਼ਮੀਨ ਦੇ ਵਿੱਚ ਬੀਜ ਨੂੰ ਜਾਣਾ ਪੈਂਦਾ ਹੈ। ਜਿਹੜਾ ਮਿੱਟੀ ਵਿੱਚ ਘੁਲ ਮਿਲ ਗਿਆ ਨਾ ਬੀਜ, ਉਹਨੂੰ ਫਲ ਲੱਗਦਾ ਹੈ। ਅਸੀਂ ਉੱਤੋਂ ਹੀ ਕਹੀ ਜਾਂਦੇ ਹਾਂ ਸਾਡਾ ਬੜਾ ਪਿਆਰ ਹੈ, ਪਰ ਅੰਦਰ ਪਿਆਰ ਹੈ ਹੀ ਕੋਈ ਨਹੀਂ। ਜਿਨ੍ਹਾਂ ਦਾ ਹੈ ਮੁਬਾਰਕ ਹੈ, ਜਿਨ੍ਹਾਂ ਦਾ ਹੈ ਉਹਨਾਂ ਨੂੰ ਮੁਬਾਰਕ, ਕਿਉਂਕਿ ਅੰਦਰ ਕਰਮ ਨੂੰ ਫਲ ਲੱਗਣਾ ਹੈ, ਬਾਹਰੋਂ ਦਿਖਾਵਾ ਕਰਕੇ ਨਹੀਂ ਫਲ ਲੱਗਣਾ। ਬੀਜ ਉੱਪਰ ਪਿਆ ਹੋਇਆ ਫਲ ਤੱਕ ਨਹੀਂ ਪਹੁੰਚਦਾ, ਉਹ ਪਹੁੰਚੇਗਾ ਜਿਹੜਾ ਜ਼ਮੀਨ ਦੇ ਵਿੱਚ ਚਲਾ ਗਿਆ। ਬਿਲਡਿੰਗ ਉਹੀ ਖੜੀ ਹੁੰਦੀ ਹੈ ਜਿਹਦੀਆਂ ਨੀਹਾਂ ਜ਼ਮੀਨ ਦੇ ਵਿੱਚ ਹੁੰਦੀਆਂ ਨੇ। ਹੁਣ ਜ਼ਮੀਨ ਦੇ ਵਿੱਚ ਨੀਹਾਂ ਕੋਈ ਨਾ ਹੋਣ ਤੇ ਬਿਲਡਿੰਗ ਕਿੱਥੋਂ ਖੜ ਜਾਏਗੀ? ਸਾਡੇ ਅੰਦਰ ਹੈ, ਅੰਦਰ ਕੁਝ ਹੋਰ ਭਰਿਆ ਪਿਆ, ਬਾਹਰ ਅਸੀਂ ਦਿਖਾਵਾ ਕੁਝ ਹੋਰ ਕਰਦੇ ਪਏ ਆ। ਕਿਵੇਂ ਮਾਲਕ ਦੀਆਂ ਖੁਸ਼ੀਆਂ ਲੈ ਲਾਂਗੇ ਅਸੀਂ? ਅੰਦਰ ਸਾਡੇ ਕੁਝ ਹੋਰ ਹੈ, ਬਾਹਰ ਅਸੀਂ ਦਿਖਾਵਾ ਕੁਝ ਕਰ ਰਹੇ ਹਾਂ। ਫਿਰ ਕਹਿੰਦੇ ਆ ਵੀ ਮਾਲਕ ਜੀ ਸਾਨੂੰ ਇਹ ਬਖਸ਼ਿਸ਼ਾਂ ਨਹੀਂ ਦਿੱਤੀਆਂ, ਕਿਵੇਂ ਮਿਲਣਗੀਆਂ? ਅੰਦਰ ਪ੍ਰੀਤ ਤਾਂ ਹੈ ਹੀ ਨਹੀਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਸਭ ਕਹਿੰਦੇ ਮਨ ਪਪੀਹੇ ਦੇ ਵਾਂਗੂ ਅੰਦਰੋਂ ਪੁਕਾਰ ਕਰ ਕਿ ਮੈਂ ਤੁਹਾਡੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਮੱਛਲੀ ਵਾਂਗੂ ਤੜਪਣ ਲੱਗ ਜਾ ਕਿ ਮੇਰਾ ਇੰਨਾ ਪਿਆਰ ਹੈ ਵਾਹਿਗੁਰੂ ਜੀ ਤੁਹਾਡੇ ਨਾਲ ਕਿ ਤੁਹਾਡੇ ਤੋਂ ਬਿਨਾਂ ਇੱਕ ਪਲ ਵੀ ਜਿਹੜਾ ਮੇਰੇ ਵਾਸਤੇ ਔਖਾ ਹੈ। ਸਤਿਗੁਰੂ ਮਹਾਰਾਜ ਜੀ ਫਿਰ ਇਸ ਤੀਸਰੇ ਪਦੇ ਵਿੱਚ ਸਮਝਾਉਂਦੇ ਹਨ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ, ਆਪੇ ਮੇਲ ਵਿਸ਼ਨਿਆ, ਸੱਚ ਵਡਿਆਈ ਦੇ। ਫਿਰ ਚੌਥੇ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਜਲ ਤੇ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਹੁਣ ਪਾਣੀ ਦੀ ਕੀਮਤ ਕਿੰਨੀ ਹੈ ਤੇ ਦੁੱਧ ਦੀ ਕਿੰਨੀ ਹੈ? ਪਾਣੀ ਤੇ ਅਸੀਂ ਰੋੜੀ ਜਾਂਦੇ ਹਾਂ, ਪਰ ਦੁੱਧ ਥੋੜੀ ਰੋੜਦੇ ਹਾਂ, ਪਤਾ ਵੀ ਉਹਦੀ ਕੀਮਤ ਜ਼ਿਆਦਾ ਹੈ। ਪਰ ਜਦੋਂ ਪਾਣੀ ਦੁੱਧ ਵਿੱਚ ਮਿਕਸ ਹੋ ਜਾਏ, ਇੱਕ ਮਿਕ ਹੋ ਜਾਏ, ਤੇ ਫਿਰ ਪਾਣੀ ਦੀ ਵੀ ਕਦਰ ਪੈ ਜਾਂਦੀ ਹੈ, ਉਹਦੀ ਵੀ ਕਦਰ ਜਿਹੜੀ ਹੈ ਉਹ ਪੈ ਜਾਂਦੀ ਹੈ, ਉਹਦਾ ਵੀ ਮੁੱਲ ਵੱਧ ਜਾਂਦਾ ਹੈ। ਪਰ ਉਹਨੂੰ ਸੋਚਣਾ ਚਾਹੀਦਾ ਪਾਣੀ ਨੂੰ ਕਿ ਇਹਦੇ ਕਰਕੇ ਮੇਰੀ ਕਦਰ ਹੋਈ, ਮੇਰਾ ਸਤਿਕਾਰ ਹੋਇਆ, ਮੇਰਾ ਮੁੱਲ ਵੱਧ ਗਿਆ, ਲੋਕ ਮੈਨੂੰ ਜਿਹੜਾ ਉਹ ਮੈਨੂੰ ਸਤਿਕਾਰ ਦੇਣ ਲੱਗ ਪਏ ਨੇ। ਇਸ ਲਈ ਜੇ ਉਹ ਅੰਦਰ ਚੇਤੇ ਰਵੇਗਾ ਤੇ ਫਿਰ ਕੀ ਹੋਏਗਾ? ਮਹਾਰਾਜ ਜੀ ਕਹਿੰਦੇ ਜਦੋਂ ਸੇਕ ਲੱਗਣਾ ਨਾ, ਸੇਕ, ਤੇ ਜਦੋਂ ਉਬਾਲਾ ਆਉਣਾ ਤੇ ਫਿਰ ਪਾਣੀ ਨੇ ਪਹਿਲਾਂ ਕਹਿੰਦੇ ਸੜ ਜਾਣਾ। ਕਿਉਂ? ਕਿਉਂਕਿ ਮੈਂ ਇਹਦੇ ਨਾਲ ਪ੍ਰੀਤ ਪਾਈ, ਇਹਨੇ ਮੇਰੇ ਨਾਲ ਪ੍ਰੀਤ ਪਾ ਕੇ ਮੇਰਾ ਮੁੱਲ ਵਧਾ ਦਿੱਤਾ ਸੀ। ਤੇ ਜਦੋਂ ਕਿਤੇ ਗੁਰੂ ਘਰ ਦੀ ਕੋਈ ਬੇਅਦਬੀ ਕਰਦਾ ਹੈ, ਜਦੋਂ ਗੁਰੂ ਸਾਹਿਬ ਦੀ ਕੋਈ ਬੇਅਦਬੀ ਲਈ ਆਉਂਦਾ ਹੈ, ਤੇ ਅਸੀਂ ਵੀ ਸੋਚੀਏ ਕਿ ਸਾਡਾ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਹੈ, ਸਾਡਾ ਜੀਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਕੇ ਹੈ। ਤੇ ਜੇ ਕੋਈ ਇਸ ਤਰ੍ਹਾਂ ਆਉਂਦਾ ਤੇ ਸੇਕ ਅੰਦਰ ਤੱਕ ਲੱਗਣਾ ਚਾਹੀਦਾ ਹੈ, ਅੰਦਰ ਤੱਕ ਤੜਪ ਹੋਣੀ ਚਾਹੀਦੀ ਹੈ ਸਾਡੀ, ਆਹ ਪਿਆਰ ਹੈ ਸਾਡਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ।
ਸਾਹਿਬ ਜੀ ਕਹਿੰਦੇ ਆ, ਨਹੀਂ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਨਾ, ਕਹਿੰਦੇ ਜੇ ਮੇਰੇ ਮਾਲਕ ਨੇ ਪਿਆਰ ਦੇ ਕੇ ਨਿਵਾਜਿਆ ਤੇ ਮੈਂ ਭੁੱਲਿਆ ਨਹੀਂ ਹਾਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਪ੍ਰੀਤ ਕਰ, ਜਿਸ ਤਰ੍ਹਾਂ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਪੈ ਖਵੈ। ਕਹਿੰਦੇ ਜਦੋਂ ਉਬਾਲਾ ਆਉਂਦਾ ਨਾ ਤੇ ਫਿਰ ਉਹ ਆਪ ਖੱਪ ਜਾਂਦਾ ਹੈ, ਆਪ ਭਾਫ ਬਣ ਕੇ ਕਹਿੰਦੇ ਉੱਡ ਜਾਂਦਾ ਹੈ। ਪਹਿਲਾ ਸੇਕ ਜਿਹੜਾ ਉਹ ਪਾਣੀ ਨੂੰ ਲੱਗਦਾ ਹੈ। ਜਦੋਂ ਜਿਹੜੇ ਤੁਹਾਡੇ ਵਿੱਚੋਂ ਸਮਝਦਾਰ, ਤੁਹਾਨੂੰ ਜਿਨ੍ਹਾਂ ਨੂੰ ਪਤਾ ਹੈ ਕਿ ਜੇ ਦੁੱਧ ਵਿੱਚ ਪਾਣੀ ਥੋੜਾ ਜਿਹਾ ਵੀ ਨਾ ਮਿਲਾਈਏ ਤੇ ਸੇਕ ਲੱਗ ਜਾਏ ਤਾਂ ਦੁੱਧ ਲੱਗ ਜਾਂਦਾ ਹੈ ਭਾਂਡੇ ਨੂੰ, ਤੇ ਜੇ ਥੋੜਾ ਜਿਹਾ ਪਾਣੀ ਪਿਆ ਹੋਏਗਾ ਤੇ ਦੁੱਧ ਭਾਂਡੇ ਵਿੱਚ ਨਹੀਂ ਲੱਗਦਾ, ਕਿਉਂਕਿ ਪਹਿਲਾ ਸੇਕ ਪਾਣੀ ਨੂੰ ਲੱਗਦਾ ਹੈ, ਪਹਿਲਾਂ ਉਹ ਪਾਣੀ ਸੜਦਾ ਹੈ। ਸਾਹਿਬ ਕਹਿੰਦੇ ਐਸੀ ਪ੍ਰੀਤ ਪਾ, ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ, ਦੁੱਧ ਕਉ ਖਪਣ ਨਾ ਦੇ। ਇਸ ਲਈ ਮਾਲਕ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਵਾਹਿਗੁਰੂ ਜੀ ਅਸੀਂ ਆਪਣੇ ਕਰਮ ਕਰਕੇ ਕੀਤੇ ਕਰਮ ਅਨੁਸਾਰ ਵਿਛੜੇ ਹਾਂ, ਪਰ ਤੁਹਾਡੇ ਚਰਨਾਂ ਨਾਲ ਪਿਆਰ ਪਾਉਣਾ ਚਾਹੁੰਦੇ ਹਾਂ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਇਹ ਮਨ ਪ੍ਰੀਤ ਕਰਨਾ ਚਾਹੁੰਦਾ ਹੈ। ਤੁਸੀਂ ਕਿਰਪਾ ਕਰੋ, ਅਸੀਂ ਵਿਛੜੇ ਹਾਂ, ਤੁਸੀਂ ਆਪ ਹੀ ਇਹਨਾਂ ਵਿਛੜੀਆਂ ਰੂਹਾਂ ਨੂੰ ਮਿਲਾ ਕੇ ਵਡਿਆਈ ਦੇਣ ਵਾਲੇ ਹੋ। ਇਸ ਲਈ ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ। ਇਹ ਸੱਚ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਇਹਨਾਂ ਵਿਛੜੀਆਂ ਰੂਹਾਂ ਨੂੰ ਆਪ ਹੀ ਮਿਲਾ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਵਡਿਆਈ ਦੇਣ ਵਾਲੇ ਹੋ। ਇਸ ਲਈ ਸਾਡੇ ਤੇ ਰਹਿਮਤ ਕਰੋ ਕਿ ਸਾਡੇ ਮਨਾਂ ਵਿੱਚ ਸੱਚਾ ਪਿਆਰ ਤੁਹਾਡੇ ਪ੍ਰਤੀ ਜਿਹੜਾ ਉਹ ਪੈਦਾ ਹੋ ਸਕੇ, ਅਸੀਂ ਦਿਲੋਂ ਪਿਆਰ ਬਾਣੀ ਤੇ ਬਾਣੀ ਨਾਲ ਕਰਕੇ ਆਪਣਾ ਜੀਵਨ ਲੇਖੇ ਲਾ ਸਕੀਏ। ਹੋਰ ਵੀ ਉਦਾਹਰਨਾਂ ਗੁਰੂ ਨਾਨਕ ਸਾਹਿਬ ਨੇ ਦੇਣੀਆਂ ਨੇ, ਪਰ ਸਮਾਂ ਸਮਾਪਤ ਹੈ। ਅੱਗੇ ਜੋ ਗੁਰੂ ਸਾਹਿਬ ਨੇ ਹੋਰ ਸਮਝਾਉਣਾ ਉਹਨੂੰ ਵੀ ਸਮਝਣ ਦਾ ਯਤਨ ਕਰਾਂਗੇ, ਤੇ ਅਰਦਾਸ ਕਰੋ ਕਿ ਸਾਡਾ ਇੰਨਾ ਗੂੜਾ ਪਿਆਰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪੈ ਜਾਏ। ਅਸੀਂ ਤੇ ਰੋਜ਼ ਆ ਕੇ ਗੁਰੂ ਦੇ ਘਰ ਵਿੱਚ ਮੰਗਿਆ ਕਰੀਏ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓਏ ਹੋ, ਨਾਨਕ ਚਾਓਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਅੱਜ ਦੇ ਸ਼ਬਦ ਰਾਹੀਂ ਜੋ ਗੁਰੂ ਸਾਹਿਬ ਮਨ ਨੂੰ ਸਮਝਾਉਂਦੇ ਆ, ਸਾਡੇ ਤੁਹਾਡੇ ਸਭਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਵਸ ਜਾਏ, ਗੂੜੀ ਪ੍ਰੀਤ ਵਾਹਿਗੁਰੂ ਜੀ ਦੇ ਚਰਨਾਂ ਨਾਲ ਪੈ ਜਾਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ ਸਭਨਾਂ ਨੂੰ। ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ, ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।